हाँ जी, सत श्री अकाल सारिਆਂ ਨੂੰ। ਅੱਜ ਦਾ ਜੋ ਲੈਕਚਰ ਨੰਬਰ 4 ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਹਿਸਟਰੀ ਦੇ ਜੋ ਸ਼ੁਰੂ ਕੀਤੀ ਸੀਗੀ। ਪਹਿਲਾਂ ਦੋ ਕੁਐਸਚਨ ਦਿੱਤੇ ਸੀ ਲੈਕਚਰ ਨੰਬਰ 3 ਚ, ਉਹਨਾਂ ਦੇ ਆਨਸਰ ਦੱਸ ਦਈਏ। ਕਿਹੜੇ ਕੁਐਸਚਨ ਸੀਗੇ? ਹੂ ਇਜ਼ ਨੋਨ ਐਜ਼ ਫਾਦਰ ਆਫ ਹਿਸਟਰੀ? ਫਾਦਰ ਆਫ ਹਿਸਟਰੀ ਕਿਹਨੂੰ ਕਿਹਾ ਜਾਂਦਾ ਹੈ? ਹੈਰੋਡੋਟਸ ਨੂੰ। ਤੇ ਦੂਸਰਾ ਸੀਗਾ ਮੈਥਡ ਔਰ ਟੈਕਨੋਲੋਜੀ ਯੂਜ਼ਡ ਫਾਰ ਮੈਜ਼ਰ ਦਾ ਏਜ ਆਫ ਆਰਕੋਲੋਜੀਕਲ ਰਮੇਨਸ। ਜੋ ਖੁਦਾਈ ਕਰਨ 'ਤੇ ਆਪਾਂ ਨੂੰ ਚੀਜ਼ਾਂ ਮਿਲਦੀਆਂ ਨੇ ਉਹਨਾਂ ਦੇ ਜੋ ਉਹਨਾਂ ਕਿਸ ਏਜ ਦੇ ਨੇ ਇਹ ਮਾਪਣ ਲਈ ਜਾਂ ਕਿਸ ਟਾਈਮ ਪੀਰੀਅਡ ਦੇ ਨੇ ਇਹ ਦੇਖਣ ਲਈ ਜੋ ਟੈਕਨੋਲੋਜੀ ਯੂਜ਼ ਕੀਤੀ ਜਾਂਦੀ ਹੈ ਉਹ ਕਿਹੜੀ ਹੈ? ਉਹ ਹੈ ਰੇਡੀਓ ਕਾਰਬਨ 14 ਡੇਟਿੰਗ। ਇਹ ਪੂਰਾ ਨਾਮ ਹੈ। ਇਹ ਟੈਕਨੋਲੋਜੀ ਜਾਂ ਮੈਥਡ ਯੂਜ਼ ਕੀਤਾ ਜਾਂਦਾ ਹੈ ਰੇਡੀਓ ਕਾਰਬਨ 14 ਡੇਟਿੰਗ। ਇਹਨੂੰ ਸ਼ੋਰਟ 'ਚ ਵੀ ਕਈ ਵਾਰੀ ਕਹਿ ਦਿੰਦੇ ਨੇ ਕਾਰਬਨ ਡੇਟਿੰਗ। ਤਾਂ ਇਹ ਦੋਨੋਂ ਨਾਮ ਤੁਸੀਂ ਯਾਦ ਰੱਖਣੇ ਨੇ, ਫਾਦਰ ਆਫ ਹਿਸਟਰੀ ਹੈਰੋਡੋਟਸ, ਅਤੇ ਜੋ ਮੈਥਡ ਯੂਜ਼ ਕੀਤਾ ਜਾਂਦਾ ਇਹ ਹੈ ਕਾਰਬਨ 14 ਡੇਟਿੰਗ। ਠੀਕ ਹੈ, ਇਹਨੂੰ ਇਕੱਲਾ ਕਾਰਬਨ ਡੇਟਿੰਗ ਵੀ ਕਹਿ ਦਿੰਦੇ। ਅੱਗੇ ਚੱਲਦੇ ਹਾਂ, ਆਪਾਂ ਅੱਜ ਦੇ ਲੈਕਚਰ ਦੀ ਸ਼ੁਰੂਆਤ ਕਰਦੇ ਹਾਂ ਵੈਦਿਕ ਏਜ ਦੀ। ਵੈਦਿਕ ਏਜ ਇਹ ਜੋ ਟਾਈਮ ਪੀਰੀਅਡ ਹੈ ਇਹ ਕੀ ਹੈ? 1500 ਤੋਂ 600 BC ਤੱਕ ਦਾ। ਇਸ ਟਾਈਮ ਪੀਰੀਅਡ ਨੂੰ ਆਪਾਂ ਵੈਦਿਕ ਕਾਲ ਜਾਂ ਵੈਦਿਕ ਏਜ ਕਹਿ ਦਿੰਦੇ ਹਾਂ। ਇਸ ਨੂੰ ਅੱਗੇ ਦੋ ਹਿੱਸਿਆਂ 'ਚ ਡਿਵਾਈਡ ਕੀਤਾ ਜਾਂਦਾ ਹੈ। ਕਿਹੜੇ ਕਿਹੜੇ? ਫਸਟ अर्ली वैदिक एज, दूसरा लेटर वैदिक एज। जो अर्ली वैदिक एज है इनकी जो टाइम लाइन है वो की है 1500 तो 1000 BC तक। तो लेटर दी है 1000 तो 600 BC तक। ये दोनों याद रखा जी। वैदिक एज में इस तरह डिवाइड किया जाता है। तो ਆਪਾਂ ਅੱਗੇ ਪੜ੍ਹਦੇ ਹਾਂ ਇਹਨਾਂ ਵੈਦਿਕ ਏਜ ਦੇ ਲੋਕਾਂ ਬਾਰੇ। ਅਲੱਗ-ਅਲੱਗ ਥਿਊਰੀਆਂ ਨੇ ਵੀ ਇਹ ਅਲੱਗ-ਅਲੱਗ ਥਾਵਾਂ ਤੋਂ ਕਹਿੰਦੇ ਆਏ ਆ ਇੰਡੀਆ ਦੇ ਵਿੱਚ। ਤਾਂ ਇਹਨਾਂ ਬਾਰੇ ਜੋ ਥਿਊਰੀਆਂ ਨੇ ਸਭ ਤੋਂ ਜੋ ਮੇਨ ਥਿਊਰੀ ਹੈ ਜੋ ਮੰਨੀ ਜਾਂਦੀ ਹੈ ਹਿਸਟੋਰੀਅਨਸ ਦੁਆਰਾ ਉਹ ਕਿਹੜੀ ਥਿਊਰੀ ਹੈ? ਵੀ ਇਹ ਆਏ ਸੀਗੇ ਸੈਂਟਰਲ ਏਸ਼ੀਆ 'ਚੋਂ। ਸੈਂਟਰਲ ਏਸ਼ੀਆ ਤੋਂ। ਸੈਂਟਰਲ ਏਸ਼ੀਆ 'ਚ ਜੋ ਦੇਸ਼ ਆਉਂਦੇ ਆ ਉਹ ਕਿਹੜੇ ਕਿਹੜੇ ਆ? ਉਜ਼ਬੇਕਿਸਤਾਨ, ਤੁਰਕਮੇਨਿਸਤਾਨ, ਕਿਰਗਿਜ਼ਸਤਾਨ, ਕਜ਼ਾਕਿਸਤਾਨ। ਇਹ ਜੋ ਸਾਰੇ ਦੇਸ਼ ਹੈ ਇਹ ਸੈਂਟਰਲ ਏਸ਼ੀਆ 'ਚ ਹੈ। ਇਹ ਸੈਂਟਰਲ ਏਸ਼ੀਆ ਤੋਂ ਇਹ ਲੋਕ ਨਾ ਅਸਲ 'ਚ ਚਰਵਾਹੇ ਸੀਗੇ, ਪਸ਼ੂਆਂ ਨੂੰ ਚਰਾਉਂਦੇ ਸੀਗੇ। ਤਾਂ ਇਹਨਾਂ ਦੀ ਜੋ ਲਾਈਫ ਸੀਗੀ ਉਹ ਸੈਮੀ ਨੋਮੈਡਿਕ ਸੀਗੀ, ਅਰਧ ਕਮਾਂਤੂ। ਇੱਕ ਜਗ੍ਹਾ 'ਤੇ ਪਸ਼ੂ ਚਰਾਏ, ਕੁਝ ਟਾਈਮ ਉੱਥੇ ਰਹਿ, ਫਿਰ ਉਸ ਤੋਂ ਬਾਅਦ ਅੱਗੇ ਚਲੇ ਗਏ, ਫਿਰ ਉੱਥੇ ਪਸ਼ੂ ਚਰਾਏ, ਉਸ ਤੋਂ ਬਾਅਦ ਉੱਥੋਂ ਅੱਗੇ ਚਲੇ ਗਏ। ਇਸ ਤਰ੍ਹਾਂ ਇਹ ਪਸ਼ੂ ਇੱਕ ਜਗ੍ਹਾ ਤੋਂ ਚਰਾਉਂਦੇ ਦੂਜੀ ਜਗ੍ਹਾ 'ਤੇ ਚਲੇ ਜਾਂਦੇ ਸੀ। ਤਾਂ ਇਹ ਸੈਂਟਰਲ ਏਸ਼ੀਆ ਤੋਂ ਹੌਲੀ ਹੌਲੀ ਚਲਦੇ ਪਹਿਲਾਂ ਕਿੱਥੇ ਆਏ? ਪਹਿਲਾਂ ਇਹ ਈਰਾਨ ਦੇ ਵਿੱਚ। ਈਰਾਨ ਕਿੱਥੇ ਹੈ? ਪਾਕਿਸਤਾਨ ਅਤੇ ਅਫਗਾਨਿਸਤਾਨ ਤੋਂ ਪਾਰ ਈਰਾਨ ਹੈ। ਤਾਂ ਈਰਾਨ ਤੋਂ ਇਹ ਪਾਕਿਸਤਾਨ ਅਤੇ ਉੱਥੋਂ ਇੰਡੀਆ ਦੇ ਵਿੱਚ ਆ ਗਿਆ। ਈਰਾਨ ਤੋਂ ਆ ਗਿਆ ਇੰਡੀਆ ਦੇ ਵਿੱਚ। ਇਹ ਲੋਕਾਂ ਨੇ ਈਰਾਨ ਦੇ ਇਹ ਜੋ ਲੋਕ ਭਾਸ਼ਾ ਬੋਲਦੇ ਸੀਗੇ ਉਹ ਕਿਹੜੀ ਸੀਗੇ? ਸੰਸਕ੍ਰਿਤ ਭਾਸ਼ਾ। ਸੰਸਕ੍ਰਿਤ ਭਾਸ਼ਾ ਨਾਲ ਇੱਕ ਗਰੁੱਪ ਆਫ ਲੈਂਗੁਏਜ ਨੇ ਉਹਨਾਂ ਦੇ ਵਿੱਚ ਆਉਂਦੀ ਹੈ। ਕਿਹੜੇ ਗਰੁੱਪ ਆਫ ਲੈਂਗੁਏਜ? ਇੰਡੋ ਆਰੀਅਨ ਲੈਂਗੁਏਜ। ਇਹਨਾਂ ਭਾਸ਼ਾਵਾਂ ਦਾ ਗਰੁੱਪ ਹੈ ਕੁਝ ਭਾਸ਼ਾਵਾਂ ਦਾ, ਉਹਨੂੰ ਆਪਾਂ ਇੰਡੋ ਆਰੀਅਨ ਲੈਂਗੁਏਜ ਕਹੀਦਾ। ਉਹਨਾਂ ਦੇ ਵਿੱਚ ਇੱਕ ਲੈਂਗੁਏਜ ਹੈ ਸੰਸਕ੍ਰਿਤ। ਇਹ ਖੁਦ ਨੂੰ ਲੋਕ ਆਰੀਆ ਕਹਿੰਦੇ ਸੀਗੇ, ਜੋ ਆਪਾਂ ਨੂੰ ਵੇਦਾਂ ਵਿੱਚ ਪੜ੍ਹ ਕੇ ਪਤਾ ਲੱਗਦੇ ਆ। ਤਾਂ ਇਹ ਆਰੀਆ ਕਹਿੰਦੇ ਸੀਗੇ ਖੁਦ ਨੂੰ। ਤੇ ਇਹ ਜੋ ਭਾਸ਼ਾ ਬੋਲਦੇ ਸੀਗੇ ਉਹ ਕਿਹੜੀ ਸੀਗੀ? ਸੰਸਕ੍ਰਿਤ ਭਾਸ਼ਾ। ਇਹਨਾਂ ਲੋਕਾਂ ਨੇ ਈਰਾਨ ਦੇ ਵਿੱਚ ਇੱਕ ਬੁੱਕ ਲਿਖੀ ਜਿਹਦਾ ਨਾਮ ਕੀ ਸੀਗਾ? ਜੰਦ ਅਵਸਥਾ। ਇਹ ਬੁੱਕ ਉਹਨਾਂ ਨੇ ਈਰਾਨ ਦੇ ਵਿੱਚ ਲਿਖੀ ਸੀ।
ਇਹ ਬੁੱਕ ਕਾਫੀ ਮੇਲ ਖਾਂਦੀ ਹੈ ਜੋ ਇਹਨਾਂ ਨੇ ਇੰਡੀਆ ਦੇ ਵਿੱਚ ਵੇਦ ਲਿਖੇ ਸੀਗੇ, 4 ਵੇਦ ਲਿਖੇ ਸੀ, ਉਹਨਾਂ ਦੇ ਵਿੱਚ ਉਹਨਾਂ ਨਾਲ ਕਾਫੀ ਮੇਲ ਖਾਂਦੀ ਹੈ। ਇਹ ਲੋਕ ਜੋ ਆਰੀਅਨ ਲੋਕ ਸੀਗੇ, ਇਹ ਆ ਕੇ ਜੋ ਆਪਾਂ ਇਹਨਾਂ ਦੇ ਜੀਓਗ੍ਰਾਫੀਕਲ ਦੀ ਗੱਲ ਕਰਦੇ ਹਾਂ ਵੀ ਕਿੱਥੇ ਆ ਕੇ ਇਹ ਸੈਟਲ ਹੋਏ। ਇਹ ਖੁਦ ਨੂੰ ਕਹਿੰਦੇ, ਇਹ ਜੋ ਵੇਦ ਪੜ੍ਹਨ ਤੇ ਪਤਾ ਲੱਗਿਆ, ਇਹ ਕਹਿੰਦੇ ਹੁੰਦੇ ਸੀਗੇ ਵੀ ਅਸੀਂ ਸਪਤ ਸਿੰਧੂ ਰੀਜਨ ਵਿੱਚ ਆ ਕੇ ਸੈਟਲ ਹੋਏ ਸੀ। ਸਪਤ ਸਿੰਧੂ ਰੀਜਨ ਕਿਹੜਾ ਹੈ? ਜੋ 7 ਨਦੀਆਂ ਨੇ। ਕਿਹੜੀਆਂ ਕਿਹੜੀਆਂ? ਫਸਟ ਇੰਡਸ, ਦੂਸਰੀ ਇੰਡੀਅਨ ਜੋ ਟ੍ਰਿਬਿਊਟਰੀ ਨੇ, ਜੋ ਆਪਣੇ ਪੰਜਾਬ ਦੀਆਂ ਪਹਿਲਾਂ ਨਦੀਆਂ ਸੀਗੀਆਂ, ਕਿਹੜੀਆਂ ਕਿਹੜੀਆਂ? ਜੇਹਲਮ, ਚਨਾਬ, ਰਾਵੀ, ਬਿਆਸ, ਸਤਲੁਜ, ਤੇ 7ਵੀਂ ਕਿਹੜੀ ਸੀਗੀ? ਸਰਸਵਤੀ। ਇਹ 7 ਰਿਵਰ ਸੀਗੀਆਂ ਜਿਨ੍ਹਾਂ ਨੂੰ ਇਹ ਸਪਤ ਸਿੰਧੂ ਰੀਜਨ ਕਹਿੰਦੇ ਸੀਗੇ ਵੀ ਅਸੀਂ ਇੱਥੇ ਆ ਕੇ ਸੈਟਲ ਹੋਏ ਸੀਗੇ ਇਹ ਆਰੀਆ ਲੋਕ। ਇੰਡਸ ਨੂੰ ਕਿ ਜੋ ਇਹਨਾਂ ਦੇ ਵੇਦ ਦੇ ਵਿੱਚ ਨਾਮ ਲਿਖੇ ਹੋਏ ਰਿਗਵੇਦ ਦੇ ਵਿੱਚ, ਉਹ ਕਿਹੜੇ ਕਿਹੜੇ ਸੀ? ਉਹ ਨਾਮ ਇੰਪੋਰਟੈਂਟ ਨੇ ਪੰਜਾਬ ਦੇ ਪੇਪਰਾਂ ਲਈ ਖਾਸ ਕਰਕੇ, ਕਿਉਂਕਿ ਇਹਦੇ ਵਿੱਚ ਪੰਜਾਬ ਦੀਆਂ ਨਦੀਆਂ ਨੇ। ਇੰਡਸ ਨਦੀ ਦਾ ਨਾਮ ਕੀ ਸੀਗਾ? ਇਹ ਤਾਂ ਪਤਾ ਹੀ ਹੈ, ਸਿੰਧੂ ਨਦੀ। ਜੇਹਲਮ ਦਾ ਨਾਮ ਕੀ ਸੀਗਾ? ਜੇਹਲਮ ਦਾ ਨਾਮ ਸੀਗਾ ਵਿਤਾਸਤਾ। ਇਹ ਨਾਮ ਇੰਪੋਰਟੈਂਟ ਨੇ, ਇਹ ਸੰਸਕ੍ਰਿਤ ਦੇ ਵਿੱਚ ਨੇਮ ਨੇ ਜੋ ਉਹਨਾਂ ਨੇ ਰਿਗਵੇਦ ਦੇ ਵਿੱਚ ਲਿਖੇ ਸੀ। ਚਨਾਬ ਦਾ ਨਾਮ ਕੀ ਸੀਗਾ? ਅਸਕਨੀ। ਰਾਵੀ ਦਾ ਨਾਮ ਪੁਰੁਸ਼ਨੀ। ਬਿਆਸ ਦਾ ਨਾਮ ਵਿਪਾਸਾ। ਤੇ ਸਤਲੁਜ ਦਾ ਨਾਮ ਸਤੁਦਰੀ। ਇਹ ਨਾਮ ਸੀਗੇ ਇਹਨਾਂ ਦੇ। ਸਰਸਵਤੀ ਦਾ ਨਾਮ ਸਰਸਵਤੀ ਸੀਗਾ। ਅੱਜ ਕੱਲ੍ਹ ਜੋ ਆਪਾਂ ਕਹਿੰਦੇ ਨੇ ਵੀ ਸਰਸਵਤੀ ਨਦੀ ਅੱਜ ਕੱਲ੍ਹ ਐਗਜ਼ਿਸਟ ਨਹੀਂ ਕਰਦੀ, ਤਾਂ ਇਹ ਸਰਸਵਤੀ ਦਾ ਜੋ ਮੇਨ ਮੰਨਿਆ ਜਾਂਦਾ ਵੀ ਇਹ ਨਦੀ ਕਿਹੜੀ ਹੈ, ਇਹ ਅੱਜ ਕੱਲ੍ਹ ਦੀ ਜੋ ਘੱਗਰ ਰਿਵਰ ਹੈ, ਸੀਜ਼ਨਲ ਰਿਵਰ, ਉਸ ਨੂੰ ਹੀ ਸਰਸਵਤੀ ਰਿਵਰ ਮੰਨਿਆ ਜਾਂਦਾ ਸੀਗਾ। ਇਹ ਸਭ ਤੋਂ ਥਿਊਰੀ ਮੰਨੀ ਜਾਂਦੀ ਖਾਸ, ਜੋ ਘੱਗਰ ਰਿਵਰ ਹੀ ਹੈ ਉਹ ਹੀ ਸਰਸਵਤੀ ਰਿਵਰ ਹੈ। ਇਸ ਤੋਂ ਅੱਗੇ ਜੋ 4 ਵੇਦ ਲਿਖੇ ਸੀਗੇ ਉਹ ਲਿਖ ਲਓ। 4 ਵੇਦ। ਪਹਿਲਾ ਜੋ ਸੀਗਾ ਰਿਗਵੇਦ, ਦੂਸਰਾ ਸਾਮਵੇਦ, ਤੀਸਰਾ ਯਜੁਰਵੇਦ, ਚੌਥਾ ਸੀਗਾ ਅਥਰਵਵੇਦ। ਇਹ ਨਾਮ ਸੀਗੇ 4, ਰਿਗਵੇਦ, ਸਾਮਵੇਦ, ਯਜੁਰਵੇਦ ਤੇ ਅਥਰਵਵੇਦ। ਇਹਨਾਂ ਬਾਰੇ ਆਪਾਂ ਹੁਣ ਡਿਟੇਲ 'ਚ ਚਰਚਾ ਕਰਾਂਗੇ। ਇਹ ਜੋ ਪਹਿਲਾ ਵੇਦ ਸੀਗਾ ਰਿਗਵੇਦ, ਇਹ ਜੋ ਅਰਲੀ ਵੈਦਿਕ ਪੀਰੀਅਡ ਹੈ, ਅਰਲੀ ਵੈਦਿਕ ਪੀਰੀਅਡ 1000 ਤੋਂ 1500 ਤੋਂ 1000 BC ਤੱਕ, ਇਸ ਵਿੱਚ ਰਿਗਵੇਦ ਕੱਲਾ ਲਿਖਿਆ ਗਿਆ ਸੀਗਾ। ਜੋ ਬਾਕੀ ਦੇ ਇਹ 3 ਵੇਦ ਨੇ ਇਹ ਲੇਟਰ ਵੈਦਿਕ ਪੀਰੀਅਡ ਦੇ ਵਿੱਚ ਲਿਖੇ ਗਏ। ਹੁਣ ਆਪਾਂ ਇਹਨਾਂ 4 ਬਾਰੇ ਚਰਚਾ ਕਰਾਂਗੇ। ਪਹਿਲਾਂ ਸਭ ਤੋਂ ਪਹਿਲਾਂ ਰਿਗਵੇਦ ਬਾਰੇ। ਰਿਗਵੇਦ 'ਚ ਕੀ ਹੈ? ਇਹਦੇ ਵਿੱਚ 1028 ਹਿਮਸ ਹੈ। ਹਿਮਸ ਕੀ ਹੁੰਦੀਆਂ? ਸ਼ਲੋਕ ਕਹਿ ਸਕਦੇ ਜੀ ਤੁਸੀਂ। 1028 ਸ਼ਲੋਕ ਨੇ। ਇਹ ਜੋ ਸ਼ਲੋਕ ਸੀਗੇ ਇਹ ਕਿਸ ਲਈ ਗਾਏ ਜਾਂਦੇ ਸੀਗੇ? ਇਹ ਰੱਬ ਦੀ ਪ੍ਰੇਜ਼ ਕਰਨ ਲਈ, ਉਸ ਦੀ ਮਹਿਮਾ ਕਰਨ ਲਈ। ਇਹਦੇ ਵਿੱਚ ਜੋ ਰਿਗਵੇਦ ਵਿੱਚ ਨਾ, ਇਹਨੂੰ ਅੱਗੇ 10 ਮੰਡਲਾਂ ਦੇ ਵਿੱਚ ਡਿਵਾਈਡ ਕੀਤਾ ਹੈ। 10 ਮੰਡਲ, ਇਹ ਯਾਦ ਰੱਖਿਆ ਜੀ। ਤਾਂ ਜੋ ਸਭ ਤੋਂ ਪਹਿਲਾਂ 10 ਮੰਡਲ ਨੇ, ਇਹਨਾਂ 10 ਮੰਡਲਾਂ ਦੇ ਵਿੱਚੋਂ ਵੀ ਜਿਹੜੇ 2 ਤੋਂ ਲੈ ਕੇ 2 ਤੋਂ 7 ਤੱਕ ਮੰਡਲ ਹੈ, ਇਹ ਸਭ ਤੋਂ ਪਹਿਲਾਂ ਲਿਖੇ ਗਏ ਸੀਗੇ। ਪਹਿਲਾ ਤੇ 10ਵਾਂ ਮੰਡਲ, ਪਹਿਲਾ ਤੇ 10ਵਾਂ ਮੰਡਲ।
ਇਹ ਸਭ ਤੋਂ ਲਾਸਟ 'ਤੇ ਲਿਖੇ ਗਏ ਨੇ। ਤਾਂ ਇਹ ਮਤਲਬ ਨਵੇਂ ਹੋਏ, ਨਿਊਐਸਟ, ਤਾਂ ਇਹ ਓਲਡੈਸਟ ਹੋਏ, ਸਭ ਤੋਂ ਪੁਰਾਣੇ। ਰਿਗਵੇਦ ਜੋ ਹੈ ਇਹਨੂੰ ਦੁਨੀਆ ਦੀ ਸਭ ਤੋਂ ਓਲਡੈਸਟ ਰਿਲੀਜੀਅਸ ਧਾਰਮਿਕ ਬੁੱਕ ਵੀ ਮੰਨਿਆ ਜਾਂਦਾ ਰਿਗਵੇਦ। ਰਿਗਵੇਦ ਦੇ ਵਿੱਚ ਜੋ ਲਿਖਿਆ ਹੋਇਆ ਹੈ, ਕੀ ਲਿਖਿਆ ਹੋਇਆ? ਗਾਇਤਰੀ ਮੰਤਰ। ਗਾਇਤਰੀ ਮੰਤਰ ਤੁਸੀਂ ਸੁਣਿਆ ਹੋਇਆ ਸਾਰਿਆਂ ਨੇ। ਇਹ ਕਿਸ ਮੰਡਲ 'ਚ ਹੈ? ਇਹ ਮੰਡਲ 3 'ਚ ਹੈ। ਇਹ ਕੁਐਸਚਨ ਵੀ ਕਈ ਵਾਰੀ ਪੁੱਛ ਲਿਆ ਜਾਂਦਾ। ਮੰਡਲ 3 ਦੇ ਵਿੱਚ ਗਾਇਤਰੀ ਮੰਤਰ ਹੈ। ਤਾਂ ਇਹਨਾਂ ਜੋ ਰਿਗਵੇਦ ਹੈ, ਇਹਦੇ ਕੁਝ ਇਹਨਾਂ ਸਾਰਿਆਂ ਵੇਦਾਂ ਦੇ ਨਾ ਇਹ ਉਪਵੇਦ ਵੀ ਨੇ। ਤਾਂ ਇਹਦਾ ਰਿਗਵੇਦ ਦਾ ਜੋ ਉਪਵੇਦ ਹੈ ਉਹਦਾ ਨਾਮ ਕੀ ਹੈ? ਉਹਦਾ ਨਾਮ ਹੈ ਆਯੁਰਵੇਦ। ਆਯੁਰਵੇਦ ਬਾਰੇ ਤੁਸੀਂ ਸੁਣਿਆ ਹੋਣਾ। ਇਸ ਤੋਂ ਅੱਗੇ ਜੋ ਆਪਾਂ ਗੱਲ ਕਰਾਂਗੇ ਸਾਮਵੇਦ ਦੀ। ਸਾਮਵੇਦ ਸਾਮਵੇਦ ਜੋ ਲਿਖੀਆਂ ਹੋਈਆਂ ਨੇ, 1810 ਹਿਮਸ ਲਿਖੀਆਂ ਹੋਈਆਂ ਨੇ, ਸ਼ਲੋਕ ਲਿਖੇ ਹੋਏ ਨੇ। ਜੋ ਰਿਗਵੇਦ ਸੀਗਾ ਉਹ ਸੀਗਾ ਰੱਬ ਦੀ ਮਹਿਮਾ ਲਈ, ਤੇ ਇਹ ਜੋ ਸਾਮਵੇਦ ਸੀਗਾ ਇਹਦੇ 'ਚ ਕੀ ਸੀਗਾ? ਜੋ ਰੱਬ ਦੀ ਮਹਿਮਾ ਲਈ ਜੋ ਸ਼ਬਦ ਸੀਗੇ, ਜੋ ਸ਼ਲੋਕ ਸੀਗੇ, ਉਹ ਤਾਂ ਬੋਲਣ ਦਾ ਉਹ ਤਾਂ ਸੀਗੇ ਦੱਸੇ ਹੋਏ। ਜੋ ਸਾਮਵੇਦ ਸੀਗਾ ਇਹ ਕੀ ਦੱਸਦਾ ਵੀ ਆਪਾਂ ਉਹਨਾਂ ਨੂੰ ਕਿਸ ਤਰ੍ਹਾਂ ਗਾਣਾ ਹੈ, ਉਹਨਾਂ ਨੂੰ ਕਿਸ ਤਰ੍ਹਾਂ ਬੋਲਣਾ ਹੈ, ਟਿਊਨ ਕਰਕੇ। ਤਾਂ ਇਹਦੇ ਸਾਮਵੇਦ ਵਿੱਚ ਉਹਨਾਂ ਦੀ ਟਿਊਨਿੰਗ ਬਾਰੇ ਦੱਸਿਆ ਹੋਇਆ ਸੀਗਾ, ਕਹਿ ਲਓ। ਤਾਂ ਇਸ ਨੂੰ ਮਤਲਬ ਪੋਇਟਿਕ ਫਾਰਮ 'ਚ ਕਿਸ ਤਰ੍ਹਾਂ ਬੋਲਣਾ ਹੈ ਉਸ ਬਾਰੇ ਦੱਸਿਆ ਹੋਇਆ। ਸਾਰੇ ਸ਼ਲੋਕਾਂ ਨੂੰ ਕਿਸ ਤਰ੍ਹਾਂ ਪੋਇਟ ਦੇ ਵਿੱਚ ਬੋਲਣਾ, ਟਿਊਨ ਕਰਕੇ ਬੋਲਣਾ। ਤਾਂ ਇਸ ਕਰਕੇ ਇਹਨੂੰ ਫਸਟ ਬੁੱਕ ਆਫ ਮਿਊਜ਼ਿਕ ਵੀ ਕਿਹਾ ਜਾਂਦਾ। ਫਸਟ ਬੁੱਕ ਆਫ ਮਿਊਜ਼ਿਕ। ਇਸ ਦਾ ਜੋ ਉਪਵੇਦ ਹੈ ਉਹ ਕੀ ਹੈ? ਉਹਦਾ ਨਾਮ ਹੈ ਗੰਧਰਵ ਵੇਦ। ਅੱਗੇ ਤੀਸਰਾ ਜੋ ਹੈ ਯਜੁਰਵੇਦ। ਯਜੁਰਵੇਦ ਜੋ ਲਿਖਿਆ ਹੋਇਆ ਉਹਦੇ 'ਚ ਕੀ ਲਿਖਿਆ ਹੋਇਆ? ਉਹਦੇ 'ਚ ਇਹ ਲਿਖਿਆ ਹੋਇਆ ਸ਼ਲੋਕ ਆ ਗਏ, ਸ਼ਲੋਕਾਂ ਨੂੰ ਬੋਲਣ ਦਾ ਤਰੀਕਾ ਆ ਗਿਆ, ਟਿਊਨ ਕਰਨਾ। ਹੁਣ ਜੋ ਸ਼ਲੋਕ ਬੋਲਦੇ ਸਮੇਂ ਨਾਲ ਕੁਝ ਰਿਚੁਅਲ, ਯਾਨੀ ਕਿ ਕਰਮਕਾਂਡ ਕਹਿ ਸਕਦੇ ਜੀ ਤੁਸੀਂ ਵੀ, ਜੋ ਕਰਨਾ ਨਾਲ ਬੋਲਣ ਲੱਗਿਆ ਉਸ ਰੱਬ ਦੀ ਮਹਿਮਾ ਲਈ। ਤਾਂ ਉਹ ਜੋ ਚੀਜ਼ਾਂ ਕਰਨੀਆਂ ਨਾਲ ਉਹਨਾਂ ਬਾਰੇ ਲਿਖਿਆ ਹੋਇਆ ਯਜੁਰਵੇਦ 'ਚ। ਕੀ ਰੂਲ ਫੋਲੋ ਕਰਨੇ ਨੇ ਸੈਕਰੀਫਾਈਸ ਕਰਨ ਲਈ ਜਾਂ ਬਲਿਦਾਨ ਦੇਣ ਲਈ, ਕੁਝ ਜੋ ਵੀ ਕਰਨਾ ਹੈ ਜਾਂ ਅੱਗੇ ਹਵਨ ਕਰਨਾ ਹੈ, ਤਾਂ ਉਸ ਸਮੇਂ ਕਿਸ ਤਰ੍ਹਾਂ ਹਵਨ ਕਰਨਾ ਹੈ ਰੱਬ ਦੀ ਮਹਿਮਾ ਲਈ, ਉਹਨਾਂ ਬਾਰੇ ਲਿਖਿਆ ਹੋਇਆ ਹੈ। ਇਹਦੇ ਵਿੱਚ ਜੋ ਇਸ ਨੂੰ ਅੱਗੇ 2 ਹਿੱਸਿਆਂ 'ਚ ਡਿਵਾਈਡ ਕੀਤਾ ਹੈ। ਪਹਿਲਾ ਜੋ ਹੈ ਉਹ ਕੀ ਹੈ? ਸ਼ੁਕਲਾ ਯਜੁਰਵੇਦ। ਸ਼ੁਕਲਾ ਨੂੰ ਵਾਈਟ ਵੀ ਕਹਿ ਦਿੰਦੇ ਨੇ, ਵਾਈਟ ਯਜੁਰਵੇਦ। ਦੂਸਰਾ ਹੈ ਕ੍ਰਿਸ਼ਨਾ, ਇਹਨੂੰ ਬਲੈਕ ਵੀ ਕਹਿ ਦਿੰਦੇ, ਬਲੈਕ ਯਜੁਰਵੇਦ। ਇਹਦੇ 'ਚ ਸਿਰਫ ਮੰਤਰ ਲਿਖੇ ਹੋਏ ਨੇ। ਸ਼ੁਕਲਾ 'ਚ ਇਹਦੇ 'ਚ ਮੰਤਰ ਤੇ ਉਹਨਾਂ ਦੇ ਨਾਲ ਵਿਆਖਿਆ ਲਿਖੀ ਗਈ ਹੈ, ਐਕਸਪਲੇਨੇਸ਼ਨ। ਇਹਦਾ ਜੋ ਉਪਵੇਦ ਹੈ ਉਹ ਕਿਹੜਾ ਹੈ? ਉਹ ਹੈ ਧਨੁਰਵੇਦ। ਇਸ ਤੋਂ ਅੱਗੇ ਚੌਥਾ ਹੈ ਅਥਰਵਵੇਦ। ਇਹਨਾਂ ਜੋ ਪਹਿਲੇ 3 ਵੇਦ ਨੇ ਇਹਨਾਂ ਨੂੰ ਕਹਿ ਦਿੰਦੇ ਆ ਤ੍ਰਿਵੇਦ। ਇਹ ਨਾਮ ਯਾਦ ਰੱਖਿਆ, ਤ੍ਰਿਵੇਦ ਕਿਹੜੇ ਨੇ? ਜੋ ਪਹਿਲੇ 3 ਨੇ, ਰਿਗਵੇਦ, ਸਾਮਵੇਦ ਤੇ ਯਜੁਰਵੇਦ। ਚੌਥਾ ਜੋ ਅਥਰਵਵੇਦ ਹੈ, ਇਸ ਨੂੰ ਅੱਜ ਕੱਲ੍ਹ ਦੇ ਜੋ ਬ੍ਰਾਹਮਣ ਨੇ ਜਾਂ ਪੰਡਿਤ ਨੇ ਉਹ ਨਹੀਂ ਮੰਨਦੇ ਵੀ ਇਹ ਵੇਦ ਇਹ ਸਾਡੇ ਧਰਮ ਦਾ। ਇਹਨੂੰ ਇਸ ਵੇਦ ਨੂੰ ਥੋੜ੍ਹਾ ਜਿਹਾ ਅਲੱਗ ਹੀ ਮੰਨਦੇ ਆ। ਕਿਉਂ ਮੰਨਦੇ? ਕਿਉਂਕਿ ਇਹਦੇ ਵਿੱਚ ਜੋ ਕੀ ਲਿਖਿਆ ਹੋਇਆ, ਮੈਜਿਕ ਸਪੈਲ ਲਿਖੇ ਨੇ।
मैजिक स्पैल मतलब जादू के मंत्र, जादूई मंत्र लिखे हुए ने। जादूई मंत्र किस ਲਈ ਵਰਤੇ ਜਾਂਦੇ ਸੀ ਵੀ ਮੀਂਹ ਜ਼ਿਆਦਾ ਪੈ ਜੇ, ਫਸਲ ਲਈ, ਗਾਵਾਂ ਸਾਡੀਆਂ ਜ਼ਿਆਦੀਆਂ ਹੋਣ, ਗਾਵਾਂ ਸਾਡੀਆਂ ਜ਼ਿਆਦਾ ਦੁੱਧ ਦੇਣ, ਇਸ ਲਈ ਇਸ ਤਰ੍ਹਾਂ ਦੇ ਮੰਤਰ ਜੋ ਹੈ ਉਹ ਇਸ ਵਿੱਚ ਲਿਖੇ ਹੋਏ ਹੈ। ਅਤੇ ਇਹਨਾਂ ਨੂੰ ਆਪਾਂ ਅੱਜ ਕੱਲ੍ਹ ਜੋ ਨਾਮ ਦਿੱਤਾ ਜਾਂਦਾ ਇਹਨੂੰ ਬਲੈਕ ਮੈਜਿਕ ਵੀ ਕਹਿ ਦਿੰਦੇ, ਕਾਲਾ ਜਾਦੂ। ਇਸ ਕਰਕੇ ਅੱਜ ਕੱਲ੍ਹ ਦੇ ਪੰਡਿਤ ਇਸ ਨੂੰ ਨਹੀਂ ਮੰਨਦੇ ਵੀ ਇਹ ਉਹਨਾਂ ਵੇਦਾਂ ਦੇ ਵਿੱਚੋਂ ਹੀ ਹੈ। ਇਹਦਾ ਜੋ ਉਪਵੇਦ ਹੈ ਉਹ ਕਿਹੜਾ, ਉਹ ਹੈ ਸ਼ਿਲਪਵੇਦ, ਆਰਕੀਟੈਕਚਰ। ਇਸ ਤੋਂ ਬਾਅਦ ਜੋ ਇਹ 4 ਵੇਦ ਹੋ ਗਏ, ਪਹਿਲਾ ਰਿਗਵੇਦ ਜੋ ਸੀਗਾ ਉਹ ਲਿਖਿਆ ਅਰਲੀ ਵੈਦਿਕ ਏਜ 'ਚ, ਤੇ ਬਾਕੀ ਦੇ ਜਿਹੜੇ 3 ਵੇਦ ਨੇ ਇਹ ਲਿਖੇ ਹੋਏ ਆ ਲੇਟਰ ਵੈਦਿਕ ਏਜ 'ਚ। ਤਾਂ ਇਹਨਾਂ ਵੇਦਾਂ ਦੇ ਨਾਲ ਕੁਝ ਹੋਰ ਚੀਜ਼ਾਂ ਵੀ ਨੇ, ਹੋਰ ਗ੍ਰੰਥ ਵੀ ਨੇ ਜੋ ਲਿਖੇ ਹੋਏ ਨੇ, ਉਹਨਾਂ ਬਾਰੇ ਹੁਣ ਚਰਚਾ ਕਰਦੇ ਹਾਂ ਆਪਾਂ। ਇਹਨਾਂ ਵੇਦਾਂ ਦੇ ਨਾਲ ਕੀ ਕੀ ਚੀਜ਼ ਲਿਖੀਆਂ ਹੋਈਆਂ ਸੀਗੀਆਂ, ਕਿਹੜੇ ਕਿਹੜੇ ਗ੍ਰੰਥ ਸੀਗੇ? ਬ੍ਰਾਹਮਣ, ਬ੍ਰਾਹਮਣਸ ਕੀ ਸੀਗੇ? ਇਹਨਾਂ ਨੂੰ ਵੇਦਾਂ ਦੀ ਵਿਆਖਿਆ ਕਹਿ ਸਕਦੇ ਜੀ, ਐਕਸਪਲੇਨੇਸ਼ਨ। ਆਫ ਵੇਜ਼। ਇਹ ਕੀ ਨੇ? ਵੇਦਾਂ ਦੀ ਵਿਆਖਿਆ ਨੇ, ਜੋ ਉਹਨਾਂ ਵਿੱਚ ਲਿਖਿਆ ਹੋਇਆ ਉਹਨਾਂ ਦੀ ਵਿਆਖਿਆ ਇਹ ਦੱਸਦੇ। ਕੁਝ ਇੰਪੋਰਟੈਂਟ ਵੇਦ ਨੇ, ਬ੍ਰਾਹਮਣ ਨੇ, ਉਹ ਲਿਖ ਲਓ ਤੁਸੀਂ। ਰਿਗਵੇਦ ਦੇ ਕਿਹੜੇ ਕਿਹੜੇ ਨੇ? ਰਿਗਵੇਦ ਦੇ ਹੈਗੇ ਨੇ ਏਤਰੀਆ, ਤੇ ਦੂਸਰਾ ਹੈ ਕੋਸ਼ਟਕੀ, ਸਾਮਵੇਦ ਦੇ ਇਹਦੇ ਪੰਚਸ਼ਿਵਾ, ਪੰਚਸ਼ਿਵਾ ਨਹੀਂ, ਪੰਚਵਿਸ਼ਾ, ਤੇ ਦੂਸਰਾ ਹੈ ਜਮਨੀਆਂ। ਯਜੁਰਵੇਦ ਦੇ ਸਤਪਥਾ ਬ੍ਰਾਹਮਣ, ਤੇ ਦੂਸਰਾ ਜਿਹੜਾ ਬ੍ਰਾਹਮਣ ਕਿਹੜਾ? ਤੇਤਰੀਆ। ਬ੍ਰਾਹਮਣ ਇਹ ਇਹਨਾਂ ਦੇ ਸੀਗੇ। ਤੇ ਲਾਸਟ ਜੋ ਅਥਰਵ ਦਾ, ਇਹਦਾ ਜੋ ਮਸ਼ਹੂਰ ਸੀਗਾ, ਇੰਪੋਰਟੈਂਟ ਹੈ, ਉਹ ਕੀ ਹੈ? ਗੋਪਾਥ। ਇਹ ਇੰਪੋਰਟੈਂਟ ਬ੍ਰਾਹਮਣ ਸੀਗੇ। ਬ੍ਰਾਹਮਣ ਕੀ ਨੇ? ਇਹਨਾਂ ਦੀ ਵਿਆਖਿਆ ਹੈ ਵੇਦਾਂ ਦੀ, ਬਸ ਇਹ ਯਾਦ ਰੱਖਿਆ। ਕੁਝ ਹੋਰ ਚੀਜ਼ਾਂ ਵੀ ਲਿਖੀਆਂ ਸੀ। ਕੀ ਲਿਖਿਆ ਹੋਇਆ ਸੀਗਾ? ਅਰਣਿਕਾਸ। ਇਹ ਰਣਕਾਸ ਜੋ ਸੀਗੇ ਇਹ ਕੀ ਸੀਗੇ? ਕੁਝ ਲੋਕ ਜੋ ਸੀਗੇ ਉਸ ਟਾਈਮ ਦੇ ਗ੍ਰਸਤੀ ਜੀਵਨ ਆਪਦਾ ਨਹੀਂ ਜੀਂਦੇ ਸੀਗੇ, ਉਹ ਜੰਗਲਾਂ ਦੇ ਵਿੱਚ ਜਾ ਕੇ ਸ਼ਿਫਟ ਹੋ ਜਾਂਦੇ ਸੀ ਜੰਗਲਾਂ ਦੇ ਵਿੱਚ। ਤਾਂ ਉੱਥੇ ਉਹਨਾਂ ਨੇ ਕੁਝ ਕਿਤਾਬਾਂ ਲਿਖੀਆਂ, ਉਹਨਾਂ ਨੂੰ ਆਪਾਂ ਕਹਿ ਦਿੰਦੇ ਆ ਫੋਰੈਸਟ ਬੁੱਕਸ, ਉਹਨੂੰ ਹੀ ਅਰਣਿਕਾਸ ਕਹਿੰਦੇ, ਫੋਰੈਸਟ ਬੁੱਕਸ ਵੀ ਕਹਿ ਦਿੰਦੇ ਇਹਨਾਂ ਨੂੰ। ਇਹਨਾਂ ਦੇ ਵਿੱਚ ਕੀ ਲਿਖਿਆ ਹੋਇਆ ਹੈ ਅਰਣਿਕਾਸ? ਇਹਨਾਂ 'ਚ ਗੱਲ ਕੀਤੀ ਹੋਈ ਹੈ ਜੋ ਰਿਚੁਅਲਸ ਕਰਦੇ ਸੀ ਨਾ, ਅੱਗੇ ਕਰਮਕਾਂਡ ਵਗੈਰਾ ਕਰਦੇ ਸੀਗੇ, ਸੈਕਰੀਫਾਈਸ ਕਰਦੇ ਸੀ, ਇਹ ਉਹਨਾਂ ਨੂੰ ਚੀਜ਼ਾਂ ਨੂੰ ਓਪੋਜ਼ ਕਰਦੇ ਸੀਗੇ, ਮਤਲਬ ਉਹਨਾਂ ਚੀਜ਼ਾਂ ਦੇ ਵਿਰੁੱਧ ਸੀਗੇ, ਓਪੋਜ਼ ਕਰਦੇ ਸੀਗੇ ਸੈਕਰੀਫਾਈਸਿਸ ਨੂੰ, ਜੋ ਬਲਿਦਾਨ ਦਿੰਦੇ ਸੀ ਜਾਂ ਜੋ ਰਿਚੁਅਲਸ ਕਰਦੇ ਸੀਗੇ, ਹਵਨ ਵਗੈਰਾ ਕਰਦੇ, ਉਹਨਾਂ ਦੇ ਓਪੋਜਿਟ ਸੀਗੇ ਇਹ, ਉਹਨਾਂ ਦੇ ਵਿਰੋਧ ਕਰਦੇ ਸੀਗੇ। ਇਹਨਾਂ ਦੇ ਵਿੱਚ ਜੋ ਫੋਰੈਸਟ ਬੁੱਕਸ ਦੇ ਵਿੱਚ ਕੀ ਹੈ? ਫੋਰੈਸਟ ਬੁੱਕਸ ਦੇ ਵਿੱਚ ਫਿਲੋਸਫੀ ਗੱਲਾਂ ਕੀਤੀਆਂ ਹੋਈਆਂ ਨੇ, ਫਿਲੋਸਫੀ ਗੱਲਾਂ। ਉਸ ਤੋਂ ਅੱਗੇ ਜੋ ਹੈ ਉਪਨਿਸ਼ਦ, ਇਹ ਇੰਪੋਰਟੈਂਟ ਹੈ। ਉਪਨਿਸ਼ਦ ਜੋ ਨੇ ਇਹਨਾਂ 'ਚ ਜੋ ਰਿਚੁਅਲ ਸੀਗੇ, ਜੋ ਸੈਕਰੀਫਾਈਸ ਸੀਗੇ, ਇਹ ਵੱਧਦੇ ਜਾ ਰਹੇ ਸੀਗੇ। ਤਾਂ ਇਹਨਾਂ ਨੂੰ ਇਹ ਸੈਕਰੀਫਾਈਸ ਨੂੰ ਕੁਝ ਲੋਕ ਕਹਿੰਦੇ ਸੀਗੇ ਇਹਨਾਂ ਦਾ ਵਿਰੋਧ ਕਰਦੇ ਸੀਗੇ, ਤਾਂ ਉਹ ਕਰਦੇ ਸੀਗੇ ਨੌਲੇਜ ਦੀਆਂ ਗੱਲਾਂ, ਫਿਲੋਸਫੀਕਲ ਗੱਲਾਂ, ਉਹ ਇਹਨਾਂ ਕਰਮਕਾਂਡਾਂ ਤੋਂ ਦੂਰ ਹੋਣਾ ਚਾਹੁੰਦੇ ਸੀਗੇ। ਤਾਂ ਉਹਨਾਂ ਨੇ ਲਿਖੇ ਉਪਨਿਸ਼ਦ। ਉਪਨਿਸ਼ਦ 'ਚ
ਜੋ ਉਹ ਕੁਦਰਤ ਨਾਲ ਆਪਦਾ ਸੰਬੰਧ ਸਥਾਪਿਤ ਕਰਦੇ ਸੀਗੇ ਅਸਲ 'ਚ। ਤਾਂ ਇਹਨਾਂ ਨੂੰ ਹੋਰ ਕੀ ਨਾਮ ਦਿੱਤਾ ਜਾਂਦਾ ਹੈ? ਵਿਦਾਂਤਾ। ਟੋਟਲ ਜੋ ਹੋਏ ਹੈ 108 ਉਪਨਿਸ਼ਦ ਹੋਏ ਹੈ, ਲਿਖੇ ਗਏ ਹੈ। ਤਾਂ ਇਹਨਾਂ ਉਪਨਿਸ਼ਦ ਦੇ ਵਿੱਚ ਜਿਵੇਂ ਤੁਹਾਨੂੰ ਦੱਸ ਦਿੱਤਾ ਹੈ ਵੀ ਇਹਨਾਂ ਨੂੰ ਰੱਬ ਨੌਲੇਜ ਦੀ ਗੱਲ ਕੀਤੀ ਜਾਂਦੀ ਸੀ, ਇਹਦੇ ਵਿੱਚ ਨੇਚਰ ਨਾਲ ਜੋੜਨ ਦੀ ਗੱਲ ਕੀਤੀ ਜਾਂਦੀ ਸੀ। ਇਸ ਤੋਂ ਅੱਗੇ ਜੋ ਹੈਗਾ, ਇਸ ਤੋਂ ਅੱਗੇ ਕੀ ਹੈ? ਵੇਦਾਂਗ। ਵੇਦਾਂਗ 'ਚ ਕੀ ਹੈ? 6 ਵੇਦਾਂਗ ਹੋਏ ਨੇ। ਕਿਹੜੇ ਕਿਹੜੇ? ਪਹਿਲਾ ਸਿਕਸ਼ਾ, शिक्षा तो समझते ही है। दूसरा कल्पा। कल्पा की होंगे? कल्प करन जो अपने रिचुअल जो रीति रिवाज ने उन्होंने जो साइंस है उन्होंने कहते हैं कल्पा। तीसरा है ज्योतिष विद्या, ज्योतिष हाथ हुथ देखना या कर्म देखना। चौथा व्याकरण, व्याकरण का मतलब समझते जी तुसीं, कुछ जो लिखना है उसनों किस नियमां नाल लिखना है वो की होंदी है व्याकरण। पंजवां की सीगा? निरुक्ता। निरुक्ता का मतलब की है? एटमोलॉजी। इस च की हुंदा है जो शब्द ने उन्हां दी उत्पत्ति जो किवें हुई है उस बारे उन्होंने कहते हैं निरुक्ता। छेवां की है? छंद। छंद बारे तुसीं सुनिया होगा। छंद की होंदे ने? जो कविता लिखनी है वो किन्ने लाइनां दी होनी चाहिए है, एक लाइन दे विच किन्ने शब्द होने चाहिए ने, ये वो जो सारा कुछ हुंदा है वो किंदे च लिखिया हुंदा है? छंद दे विच लिखिया जांदा है। ठीक है। इस तो अगे जो हो गया दो चीज़ां रह गईयां, एक इतिहासा ते एक पुराणास। इतिहासा की? इतिहास च की है? इतिहासा इतिहासा च ईपिक्स लिखी हुई हैं। ईपिक्स की ने? महाकाव्य। महाकाव्य केड़े केड़े ने? तुसीं नाम सुनिया होगा, बहुत इंपोर्टेंट ने। पहला है रामायण, दूसरा है महाभारत। ये दो महाकाव्य ने ईपिक्स। पहला जो रामायण है इनदे च की है? ये किस द्वारा लिखा गया सीगा? महर्षि वाल्मीकि जी द्वारा। तो महाभारत किस द्वारा मन्निया जाता भी किसने लिखा सीगा? वेद व्यास जी ने। ये दोनों याद रखे जी। तो पुराना जो ने पुराना उंज तो बहुत सारे लिखे गए हैं, पर जो 18 ने वो हो गया महापुराना, बहुत जो इंपोर्टेंट है महापुराण। ठीक है। ये सीगे लिटरेचर जो ऋग्वेदिक एज दे विच लिखा गया सारा। 4 वेद सीगे, उन्हां दे नाल ब्राह्मण अटैच सीगे, कुछ आरण्यका सीगे ते उपनिषद सीगे, लास्ट ते वेदंगा, फिर इतिहासा, इतिहासा दे नाल पुराणास। ये जो सारे ने इन्हां नूं चंगी तरह याद कर लिया जी। इस तो अगे जो आपां हुण चर्चा करन जा रहे हैं, किस चीज़ की गल करन जा रहे हैं, वैदिक एज दे विच जो उस समय लाइफ किस तरह की सी, पोलीटिकल सोशल लाइफ, इकनोमिक लाइफ, रिलीजन किस तरह का सीगा, इस बारे चर्चा करनी जा रही। तो अर्ली वैदिक एज जो 1500 तो 1000 BC तक सी, उस समय जो पोलीटिकल ऑर्गेनाइजेशन सी, राजनीतिक व्यवस्था वो किस तरह सी। जो सब तो आपां मुढ़ला यूनिट मनते हैं वो होंदे फैमिली होंदी। तो उस समय जो फैमिली होंदी सी उन्होंने की कहा जाता सीगा? कूला। फैमिली नूं की कहा जाता सीगा? कूला। दूसरा पिंड, पिंड नूं की कहंदे सीगे? विलेज नूं ग्राम। ते ग्राम दा जो हैड हुंदा सीगा, आपां तां अजकल की कहीदे सरपंच कहंदे आ, उस टाइम जो हुंदा सी हैड उन्होंने की कहंदे आ? ग्रामणी। ग्रामणी तो अगे आ गया ग्रुप ऑफ विलेज, बहुत सारे पिंडां दे इकट्ठ नूं की कहा जाता सीगा? विशु। विशु का जो हैड हुंदा सीगा वो की हुंदा सीगा? विषयपति। उस तो अगे जो हाईएस्ट पोलीटिकल ऑर्गेनाइजेशन सीगी वो किहड़ी सीगी? जना। जना या ट्राइब। ट्राइब नूं जो किंगडम हुंदी है वो बहुत वड्डी हुंदी है।
ਕਿੰਗਡਮ ਤੋਂ ਇਹ ਬਹੁਤ ਛੋਟੀ ਸੀਗੀ, ਇਹਨੂੰ ਕੀ ਕਿਹਾ ਜਾਂਦਾ ਸੀਗਾ, ਚੀਫਡਮਸ। ਠੀਕ ਹੈ, ਕੁਝ ਇੰਪੋਰਟੈਂਟ ਚੀਫਡਮਸ ਸੀਗੀਆਂ ਕਿਹੜੀਆਂ, ਭਾਰਤਾ, ਮਤਸਿਆ, ਜਾਦੂ, ਪੁਰੂ। ਇਹ 4 ਜੋ ਸੀਗੀਆਂ ਚੀਫਡਮਸ ਸੀਗੀਆਂ ਜੋ ਇੰਪੋਰਟੈਂਟ ਸੀਗੀਆਂ। ਚੀਫਡਮ ਦੇ ਜਿਹੜਾ ਹੈੱਡ ਹੁੰਦਾ ਸੀਗਾ ਉਸ ਨੂੰ ਕੀ ਕਿਹਾ ਜਾਂਦਾ ਸੀਗਾ, ਉਸ ਨੂੰ ਕਿਹਾ ਜਾਂਦਾ ਸੀਗਾ ਰਾਜਨ ਜਾਂ ਕਿੰਗ। ਕੀ ਕਹਿ ਦਿੰਦੇ ਸੀਗੇ, ਰਾਜਨ ਜਾਂ ਕਿੰਗ। ਉਸ ਸਮੇਂ 2 ਜੋ ਸੀਗੀਆਂ ਚੀਜ਼ਾਂ ਜੋ ਕੌਂਸਲਾਂ ਸੀਗੀਆਂ, ਕੌਂਸਲ ਕਹਿ ਲਓ ਜਾਂ ਮੀਟਿੰਗਾਂ ਜੋ ਹੁੰਦੀਆਂ ਸੀਗੀਆਂ, ਕਿਹੜੀਆਂ, ਇੱਕ ਤਾਂ ਸੀਗੀ ਸਭਾ ਤੇ ਦੂਸਰੀ ਸੀਗੀ ਸਮਿਤੀ। ਸਭਾ 'ਚ ਕੀ ਹੁੰਦਾ ਸੀਗਾ, ਜੋ ਵੱਡੇ ਲੋਕ ਹੁੰਦੇ ਸੀਗੇ, ਜੋ ਐਲਡਰ ਹੁੰਦੇ ਸੀਗੇ, ਉਹ ਇਸ ਕੌਂਸਲ ਦਾ ਹਿੱਸਾ ਹੁੰਦੇ ਸੀਗੇ। ਸਮਿਤੀ ਇੱਕ ਆਮ ਅਸੈਂਬਲੀ ਹੁੰਦੀ ਸੀ, ਆਮ ਇਕੱਠ ਹੁੰਦਾ ਸੀ ਲੋਕਾਂ ਦਾ, ਜਿਹਦੇ 'ਚ ਸਾਰੇ ਹੀ ਆ ਸਕਦੇ ਹੁੰਦੇ ਸੀਗੇ। ਇਹ ਔਰਤਾਂ ਵੀ ਸਮਿਤੀ ਦੇ ਵਿੱਚ ਆ ਜਾਂਦੀਆਂ ਸੀਗੀਆਂ ਇਸ ਏਜ ਦੇ ਵਿੱਚ, ਅਰਲੀ ਵੈਦਿਕ ਏਜ 'ਚ। ਸੋਸ਼ਲ ਲਾਈਫ ਕਿਸ ਤਰ੍ਹਾਂ ਸੀ, ਸਮਾਜਿਕ ਜੀਵਨ, ਪੈਟਰੀਆਰਕਲ ਸੁਸਾਇਟੀ ਸੀਗੀ। ਪੈਟਰੀਆਰਕਲ ਦਾ ਮਤਲਬ ਪੁਰਸ਼ਵਾਦੀ ਸਮਾਜ। ਇਹ ਮਤਲਬ ਨਹੀਂ ਵੀ ਔਰਤਾਂ ਦੇ ਜੋ ਪਾਵਰ ਹੈ, ਜੋ ਕੁਆਲਿਟੀ ਹੈ, ਉਹ ਘੱਟ ਸੀਗੀ। ਇਸ ਸਮੇਂ ਔਰਤਾਂ ਦੇ ਜੋ ਵੂਮੈਨਸ ਨੇ ਉਹਨਾਂ ਦੀ ਵੀ ਪਾਵਰ ਵੀ ਸੇਮ ਹੁੰਦੀ ਸੀਗੀ। ਦੂਸਰਾ, ਇਸ ਸਮੇਂ ਜੋ ਸ਼ਾਦੀਆਂ ਕੀਤੀਆਂ ਜਾਂਦੀਆਂ ਸੀ, ਜਿਵੇਂ ਅੱਜ ਵਾਂਗੂ ਇੱਕ ਵਿਆਹ ਹੀ ਹੁੰਦਾ ਜੋ ਇੰਪੋਰਟੈਂਟ, ਉਸ ਸਮੇਂ ਵੀ ਮਨੋਗਾਮੀ ਕੀਤੀ ਜਾਂਦੀ ਸੀ ਕਿ ਇੱਕੋ ਵਿਆਹ ਹੀ ਕੀਤਾ ਜਾਂਦਾ ਸੀਗਾ। ਤੀਸਰਾ ਜੋ ਪੁਆਇੰਟ ਹੈ, ਇਸ ਸਮੇਂ ਨਾ ਚਾਈਲਡ ਮੈਰਿਜ ਤੇ ਸਤੀ ਪ੍ਰਥਾ ਕੀ ਹੁੰਦਾ ਸੀਗਾ, ਪਤੀ ਮਰਨ ਦੇ ਨਾਲ ਹੀ ਔਰਤ ਨੂੰ ਜਲਾ ਦਿੱਤਾ ਜਾਂਦਾ ਸੀਗਾ। ਇਹ ਦੋਨੋਂ ਚੀਜ਼ਾਂ ਹੀ ਨਹੀਂ ਸੀਗੀਆਂ। ਤੇ ਕੋਈ ਸੋਸ਼ਲ ਡਿਵੀਜ਼ਨ ਨਹੀਂ ਸੀਗੀ। ਸੋਸ਼ਲ ਡਿਵੀਜ਼ਨ ਦਾ ਮਤਲਬ ਉਸ ਸਮੇਂ ਕੋਈ ਕਾਸਟ ਨਹੀਂ ਸੀਗੀ ਇਸ ਤਰ੍ਹਾਂ ਦੀ ਵੀ ਜੋ ਉਹਨਾਂ ਨੂੰ ਸਮਾਜ ਨੂੰ ਡਿਵਾਈਡ ਕਰਦੀ ਹੋਵੇ। ਕਾਸਟ ਸਿਸਟਮ ਬਿਲਕੁਲ ਨਹੀਂ ਸੀਗਾ ਉਸ ਸਮੇਂ। ਇਕਨੋਮਿਕ ਕੰਡੀਸ਼ਨ ਕਿਸ ਤਰ੍ਹਾਂ ਦੀ ਸੀਗੀਆਂ, ਜਿਵੇਂ ਸ਼ੁਰੂ 'ਚ ਹੀ ਦੱਸਿਆ ਸੀਗਾ, ਇਹ ਕੀ ਸੀਗੇ, ਚਰਵਾਹੇ ਸੀਗੇ। ਤਾਂ ਇਹ ਪਸਟੋਰਲ ਕਹਿੰਦੇ ਆ ਚਰਵਾਹੇ ਨੂੰ। ਤਾਂ ਇਹ ਪਸ਼ੂਆਂ ਨੂੰ ਚਰਾਉਂਦੇ ਸੀਗੇ ਤੇ ਉਹਨਾਂ ਨੂੰ ਪਾਲਦੇ ਵੀ ਸੀਗੇ, ਕੈਟਲ ਰੀਡਿੰਗ ਕਰਦੇ ਸੀਗੇ। ਦੂਸਰਾ ਇੰਪੋਰਟੈਂਟ, ਇਹ ਇਹਨਾਂ ਨੇ ਕੀ ਕੰਮ ਕਰਦੇ ਸੀਗੇ, ਐਗਰੀਕਲਚਰ। ਜਿੱਥੇ ਥੋੜ੍ਹਾ ਟਾਈਮ ਸੈਟਲ ਹੁੰਦੇ ਸੀਗੇ ਉੱਥੇ ਐਗਰੀਕਲਚਰ ਵੀ ਨਾਲ ਕਰਦੇ ਸੀਗੇ। ਇਹ ਸਭ ਤੋਂ ਪਹਿਲਾਂ ਨਾਰਥ ਇੰਡੀਆ 'ਚ ਆ ਕੇ ਸੈਟਲ ਹੋਏ, ਜਿਵੇਂ ਤੁਹਾਨੂੰ ਦੱਸਿਆ ਇੰਡਸ ਵਾਲੇ ਸਪਤ ਸਿੰਧੂ ਰੀਜਨ 'ਚ। ਹੋਰ ਇਹਨਾਂ ਦੇ ਕੀ ਕੰਮ ਸੀਗੇ, ਇਹ ਕਾਰਪੈਂਟਰ ਸੀਗੇ। ਚੈਰੀਅਟ, ਰੱਥ ਵਗੈਰਾ ਤੇ ਹੱਲ ਵਗੈਰਾ, ਪਲੋਜ਼, ਉਹ ਬਣਾਉਂਦੇ ਸੀਗੇ। ਗੋਲਡ ਸਮਿਥ ਸੀਗੇ, ਜੋ ਜਵੈਲਰੀ ਜਾਂ ਔਰਨਾਮੈਂਟ ਜੋ ਹੁੰਦੇ ਪਹਿਨਦੇ ਆ ਉਹ ਬਣਾਉਂਦੇ ਸੀਗੇ। ਤੇ ਕੁਝ ਵਰਕਰ ਸੀਗੇ ਕੋਪਰ ਤੇ ਬ੍ਰੋਂਜ਼ ਜੋ ਧਾਤਾਂ ਨੇ, ਇਹਨਾਂ ਦੇ ਮੈਟਲ ਵਰਕਿੰਗ ਵੀ ਕੀਤੀ ਜਾਂਦੀ ਸੀਗੀ। ਸਪਿਨਿੰਗ, ਕੱਪੜੇ ਦੇ ਜੋ ਬੁਣਾਈ ਹੈ ਜਾਂ ਕਤਾਈ ਹੈ ਉਹ ਵੀ ਕੀਤੀ ਜਾਂਦੀ ਸੀ, ਕੋਟਨ ਤੇ ਵੂਲਨ ਫੈਬਰਿਕਸ ਦੀ। ਉਸ ਸਮੇਂ ਜੋ ਟ੍ਰੇਡ ਹੁੰਦਾ ਸੀਗਾ ਉਹ ਜੋ ਮੇਨਲੀ ਸੀਗਾ ਉਹ ਹੁੰਦਾ ਸੀਗਾ ਬਾਰਟਰ ਸਿਸਟਮ। ਇਹ ਯਾਦ ਰੱਖਿਆ ਹੈ। ਪਰ ਕੁਝ ਕਈ ਥਾਵਾਂ 'ਤੇ ਕੋਇਨ ਵੀ ਵਰਤੇ ਜਾਂਦੇ ਸੀ, ਪਰ ਬਹੁਤ ਘੱਟ, ਇੰਨੇ ਜ਼ਿਆਦਾ ਨਹੀਂ, ਬਹੁਤ ਘੱਟ। ਮੇਨ ਜੋ ਸਿਸਟਮ ਸੀਗਾ ਉਹ ਬਾਰਟਰ ਸਿਸਟਮ ਹੀ ਸੀਗਾ। ਪਰ ਜੋ ਸਿੱਕੇ ਵਰਤੇ ਜਾਂਦੇ ਸੀਗੇ ਉਹਨਾਂ ਦਾ ਨਾਮ ਯਾਦ ਰੱਖਿਆ ਗਿਆ, ਨਿਸ਼ਕਾ ਜੋ ਇਹ ਗੋਲਡ ਕੋਇਨਸ ਵਰਤੇ ਜਾਂਦੇ ਸੀਗੇ। ਉਸ ਸਮੇਂ ਜੋ ਰਿਲੀਜਨ ਸੀਗਾ, ਧਰਮ ਕਿਹੜਾ ਸੀਗਾ, ਧਰਮ ਉਸ ਸਮੇਂ ਜੋ ਧਰਮ ਸੀਗੇ ਉਹ ਨੇਚਰ ਨੂੰ ਹੀ ਜ਼ਿਆਦਾ ਪੂਜਿਆ ਜਾਂਦਾ ਸੀਗਾ। ਨੇਚਰ ਕਿਹੜੇ, ਪ੍ਰਿਥਵੀ, ਧਰਤੀ, ਅਰਥ ਹੋ ਗਈ, ਅਗਨੀ, ਫਾਇਰ, ਅੱਗ ਹੋ ਗਈ, ਵਾਯੂ, ਹਵਾ ਹੋ ਗਈ, ਵਰੁਣਾ ਕੀ ਹੁੰਦੇ ਸੀਗੇ, ਰੇਨ, ਆਪਣੀ ਬਾਰਿਸ਼ ਹੁੰਦੀ ਆ ਉਸਨੂੰ, ਉਸ ਵਰਨ ਦੇਵਤਾ ਦੀ ਪੂਜਾ ਕਰਦੇ ਸੀ। ਤੇ ਇੰਦਰ ਦੇਵਤਾ ਜੋ ਠੰਡਰ ਕੀ ਹੁੰਦਾ, ਤੂਫਾਨ ਜੋ ਹੁੰਦਾ, ਉਸ ਦੀ ਪੂਜਾ ਕਰਦੇ ਸੀਗੇ। ਉਸ ਤੋਂ ਅੱਗੇ ਜੋ ਫੀਮੇਲ ਗੋਡ ਸੀਗੇ ਉਹ ਕਿਹੜੇ ਸੀ, ਅਦਿਤੀ ਤੇ ਊਸ਼ਾ। ਇਹ ਦੋਨੋਂ ਇੰਪੋਰਟੈਂਟ ਨੇ। ਉਸ ਸਮੇਂ ਇੱਕ ਗੱਲ ਦਾ ਧਿਆਨ ਰੱਖਿਆ, ਕੋਈ ਟੈਂਪਲ ਨਹੀਂ ਹੁੰਦਾ ਸੀਗਾ ਤੇ ਨਾ ਹੀ ਮੂਰਤੀ ਪੂਜਾ ਕੀਤੀ ਜਾਂਦੀ ਸੀਗੀ। ਮੂਰਤੀ ਪੂਜਾ ਵੀ ਨਹੀਂ ਕੀਤੀ ਜਾਂਦੀ ਸੀ, ਐਡਲ ਵਾਰਸ਼ਿਪ ਇਹ ਨਹੀਂ ਕੀਤੀ ਜਾਂਦੀ ਸੀ। ਇਸ ਤੋਂ ਅੱਗੇ ਜੋ ਆਪਾਂ ਗੱਲ ਕਰਾਂਗੇ, ਇਹ ਅਰਲੀ ਵੈਦਿਕ ਏਜ ਦੇ ਜੋ ਲਾਈਫ ਸਟਾਈਲ ਸੀਗਾ ਉਸ ਬਾਰੇ ਸੀਗੀ। ਹੁਣ ਆਪਾਂ ਜੋ ਗੱਲ ਕਰਨ ਜਾ ਰਹੇ ਹਾਂ ਉਹ ਲੇਟਰ ਵੈਦਿਕ ਏਜ। ਲੇਟਰ ਵੈਦਿਕ ਏਜ ਜੋ ਹੈ ਉਹ 1000 ਤੋਂ 600 BC ਤੱਕ। ਹਾਂਜੀ, ਲੇਟਰ ਵੈਦਿਕ ਏਜ 'ਚ ਕੀ ਹੋਇਆ, ਹੌਲੀ ਐਗਰੀਕਲਚਰ ਜ਼ਿਆਦਾ ਉਤਪਾਦਨ ਹੋਣ ਲੱਗ ਪਿਆ ਜ਼ਿਆਦਾ। ਉਸ ਕਰਕੇ ਕੀ ਹੈ, ਲੋਕਾਂ ਨੂੰ ਥੋੜ੍ਹੀ ਜਿਹੀ ਸੁਰੱਖਿਆ ਚਾਹੁੰਦੇ ਸੀਗੇ, ਤਾਂ ਉਹ ਸੁਰੱਖਿਆ ਦੇ ਵਿੱਚੋਂ ਆਪਣੇ ਐਗਰੀਕਲਚਰ ਜੋ ਪ੍ਰੋਡਕਸ਼ਨ ਹੁੰਦੀ ਸੀਗੀ ਉਸ ਵਿੱਚੋਂ ਕੁਝ ਹਿੱਸਾ, ਥੋੜ੍ਹਾ ਜਿਹਾ ਹਿੱਸਾ ਉਹ ਕਿਸੇ ਰਾਜਾ ਨੂੰ ਦੇ ਦਿੰਦੇ ਸੀਗੇ। ਜੋ ਰਾਜਾ ਕੀ ਸੀਗਾ, ਉਹਨਾਂ ਨੂੰ ਸੁਰੱਖਿਆ ਕਰਦਾ ਸੀਗਾ ਦੂਜੇ ਦੇ ਰਾਜਾਂ ਤੋਂ। ਇਸ ਲਈ ਹੌਲੀ ਕੀ ਹੋਇਆ, ਪੋਲੀਟੀਕਲ ਜੋ ਔਰਗਨਾਈਜੇਸ਼ਨ ਹੈ ਉਹਦਾ ਵਿਕਾਸ ਬਹੁਤ ਜ਼ਿਆਦਾ ਹੋ ਗਿਆ। ਤਾਂ ਮਹਾਜਨਪਦਾ ਪਿੱਛੇ ਜੋ ਆਪਾਂ ਕਹਿੰਦੇ ਸੀਗੇ ਸਭ ਤੋਂ ਵੱਡੀ ਪੋਲੀਟੀਕਲ ਯੂਨਿਟ ਸੀਗੀ ਉਹ ਕੀ ਸੀਗੀ, ਕੱਲੀ ਜਨਾ।
ਤਾਂ ਇੱਥੇ ਆ ਕੇ ਕੀ ਹੋ ਗਿਆ, ਮਹਾਂਜਨਪਦਾਂ ਦਾ ਵਿਕਾਸ ਹੋ ਗਿਆ, ਜਿਨ੍ਹਾਂ ਨੂੰ ਰਾਸ਼ਟਰ ਵੀ ਕਹਿ ਦਿੰਦੇ ਸੀ, ਯਾਨੀ ਕਿ ਕੁਝ ਵੱਡੇ ਰਾਜ ਬਣ ਗਏ ਸੀਗੇ ਇਸ ਟਾਈਮਾਂ ਦੇ। ਤਾਂ ਇਸ ਸਮੇਂ ਜੋ ਕਿੰਗ ਸੀਗੇ, ਜੋ ਰਾਜੇ ਸੀਗੇ, ਉਹ ਆਪਦੇ ਆਪ ਨੂੰ ਵੱਡੇ ਵੱਡੇ ਟਾਈਟਲ ਦੇ ਦਿੰਦੇ ਸੀ। ਕਿਸ ਕਿਸ ਤਰ੍ਹਾਂ ਦੇ? ਇਕਰਾਤ, ਸਮਰਾਟ, ਇਸ ਤਰ੍ਹਾਂ ਦੇ ਟਾਈਟਲ ਆਪਦੇ ਆਪ ਨੂੰ ਦੇ ਦਿੰਦੇ ਸੀਗੇ। ਤਾਂ ਜੋ ਰਾਜੇ ਸੀਗੇ ਉਹਨਾਂ ਦੀ ਰੈਗੂਲਰ ਸੈਨਾ ਵੀ ਹੁੰਦੀ ਸੀਗੀ, ਰੈਗੂਲਰ ਆਰਮੀ ਸੀਗੀ ਜੋ ਉਹਨਾਂ ਦੀ। ਤਾਂ ਉਹ ਆਪਣੀ ਸਟਰੋਂਗ ਪੋਜੀਸ਼ਨ ਜਾਂ ਪਾਵਰ ਨੂੰ ਦਿਖਾਉਣ ਲਈ ਕਿਹੜੀਆਂ ਕਿਹੜੀਆਂ ਚੀਜ਼ਾਂ ਵਰਤਦੇ ਸੀਗੇ, ਕਿਹੜੀ ਕਿਹੜੀ ਜੋ ਚੀਜ਼ਾਂ ਕਰਦੇ ਸੀਗੇ? ਰਾਜਾ ਸੂਆ। ਰਾਜਾ ਸੂਆ ਇਹ ਨਾਮ ਇੱਦਾਂ ਹੀ ਯਾਦ ਰੱਖਿਆ ਜੇ, ਸੰਸਕ੍ਰਿਤ ਵਿੱਚ ਨੇ। ਰਾਜਾ ਸੂਆ ਦਾ ਮਤਲਬ ਹੁੰਦਾ ਰਾਜ ਅਭਿਸ਼ੇਕ, ਤੁਸੀਂ ਫਿਲਮਾਂ ਦੇ ਵਿੱਚ ਆਮ ਦੇਖਿਆ ਹੋਊਗਾ। ਅਸ਼ਵਮੇਧਾ। ਅਸ਼ਵਮੇਧਾ ਕੀ ਸੀਗਾ? ਇਹ ਆਪਣੇ ਘੋੜੇ ਨੂੰ ਬਲਿਦਾਨ ਦਿੰਦੇ ਸੀਗੇ, ਹੋਰਸ ਸੈਕਰੀਫਾਈਸ ਕਰਦੇ ਸੀ। ਅਤੇ ਤੀਸਰਾ ਕੀ ਸੀਗਾ? ਵਜਪਿਆ। ਵਜਪਿਆ ਕੀ ਹੁੰਦਾ ਸੀਗਾ? ਇਹ ਚੈਰੀਅਟ ਰੇਸ ਸੀਗੀ, ਰੱਥ ਦੀ ਦੌੜ। ਉਹਦੇ 'ਚ ਕਿੰਗ ਨੂੰ ਜਿੱਤਣਾ ਜ਼ਰੂਰੀ ਹੁੰਦਾ ਸੀਗਾ, ਤਾਂ ਹੀ ਉਹ ਆਪਦੇ ਆਪ ਦੀ ਪੋਜੀਸ਼ਨ ਨੂੰ ਜਾਂ ਪਾਵਰ ਨੂੰ ਦਿਖਾ ਪਾਉਂਦਾ ਸੀਗਾ। ਇਸ ਤੋਂ ਅੱਗੇ ਜੋ ਸੋਸ਼ਲ ਲਾਈਫ ਹੈ, ਸੋਸ਼ਲ ਲਾਈਫ ਕੀ ਹੈ? ਸਮਾਜਿਕ ਜੀਵਨ। ਸਮਾਜਿਕ ਜੀਵਨ ਕੀ ਸੀਗਾ? ਇਸ ਏਜ ਦੇ ਵਿੱਚ ਆਉਂਦੇ 1000 ਤੱਕ ਆਉਂਦੇ, 1000 BC ਤੱਕ ਆਉਂਦੇ ਜੋ ਸਮਾਜ ਸੀਗਾ ਉਹਨੂੰ 4 ਹਿੱਸਿਆਂ ਦੇ ਵਿੱਚ ਵੀ 4 ਵਰਨ ਸਿਸਟਮ ਆ ਗਿਆ ਸੀਗਾ। 4 ਵਰਨਾਂ ਦੇ ਵਿੱਚ ਡਿਵਾਈਡ ਹੋ ਗਿਆ ਸੀਗਾ। 4 ਵਰਨ ਕਿਹੜੇ? ਬ੍ਰਾਹਮਣ, ਛਤਰੀਆ, ਵੈਸ਼ਿਆ, ਸ਼ੂਦਰ। ਜੋ ਬ੍ਰਾਹਮਣ ਹੁੰਦੇ ਸੀਗੇ ਉਹ ਕੀ ਹੁੰਦੇ ਸੀਗੇ? ਪ੍ਰਾਇਸਟ ਲੋਕ, ਜੋ ਪੰਡਿਤ ਕਹਿ ਸਕਦੇ ਜੀ ਤੁਸੀਂ। ਛਤਰੀਆ ਜੋ ਸੈਨਾ ਕਹਿ ਲਓ ਜਾਂ ਜੋ ਲੜਨ ਵਾਲੇ ਯੋਧੇ ਹੁੰਦੇ ਸੀਗੇ ਉਹ ਕੀ ਸੀਗੇ? ਛਤਰੀਏ ਕਹਿੰਦੇ ਸੀ ਖੁਦ ਨੂੰ। ਵੈਸ਼ਿਆ ਕੀ ਹੁੰਦੇ ਸੀਗੇ? ਜੋ ਵੈਸ਼ਿਆ ਉਹ ਲੋਕ ਸੀਗੇ ਜੋ ਫਾਰਮਰ ਕਹਿ ਲਓ, ਫਾਰਮਰ ਦੇ ਨਾਲ ਜੋ ਮੈਟਲ ਵਰਕਿੰਗ ਵਾਲੇ ਹੁੰਦੇ ਆ ਉਹ ਕਹਿ ਲਓ, ਧਾਤਾਂ ਦਾ ਕੰਮ ਕਰਨ ਵਾਲੇ। ਕਾਰਪੈਂਟਰ ਆ ਗਏ ਇਸ ਦੇ ਵਿੱਚ। ਇਸ ਤਰ੍ਹਾਂ ਜੋ ਇਸ ਵਿੱਚ ਵੈਸ਼ਿਆ ਆ ਜਾਂਦੇ। ਸ਼ੂਦਰਾਂ ਨੂੰ ਸਭ ਤੋਂ ਨੀਚੇਲੀ ਸ਼੍ਰੇਣੀ ਦੇ ਮੰਨਿਆ ਜਾਂਦਾ ਸੀਗਾ, ਠੀਕ ਹੈ, ਲੋਅਰ ਕਲਾਸ ਮੰਨਿਆ ਜਾਂਦਾ ਸੀਗਾ। ਇਸ ਵਿੱਚ ਕੀ ਸੀਗਾ? ਇਸ ਵਿੱਚ ਲੇਬਰ ਆ ਜਾਂਦੀ ਸੀਗੇ ਜੋ ਵੀ ਕੰਮ ਕਰਦੇ ਸੀ। ਇਹ ਸ਼ੂਦਰ ਜਿਹੜੇ ਨੇ ਇਹਨਾਂ ਸਾਰਿਆਂ ਦੀ ਸਹਾਇਕ ਹੁੰਦੇ ਸੀਗੇ, ਜਿਵੇਂ ਕਹਿ ਲਓ ਇੱਕ ਤਰ੍ਹਾਂ ਦਾ ਪੀਨ ਕਹਿ ਸਕਦੇ ਜਾਂ ਸਰਵਰ ਕਹਿ ਸਕਦੇ, ਇਹਨਾਂ ਨੂੰ ਸਰਵ ਕਰਦੇ ਸੀਗੇ। ਤਾਂ ਬ੍ਰਾਹਮਣ ਛਤਰਾਂ ਦੀ ਇਹਨਾਂ ਦੀ ਸਭ ਤੋਂ ਕਹਿ ਲਓ ਸਮਾਜ ਦੇ ਵਿੱਚ ਉੱਚੀ ਕਲਾਸ ਸੀਗੀ ਉਸ ਟਾਈਮ। ਤਾਂ ਅਤੇ ਸ਼ੂਦਰ ਸਭ ਤੋਂ ਲੋਅਰ ਕਲਾਸ ਮੰਨਿਆ ਜਾਂਦਾ ਸੀਗਾ। ਇਸ ਸਮੇਂ ਜੋ ਪਿੱਛੇ ਦੇਖਿਆ ਸੀਗਾ ਆਪਾਂ ਅਰਲੀ ਵੈਦਿਕ ਏਜ 'ਚ ਜੋ ਵੂਮੈਨਸ ਨੇ ਉਹ ਵੀ ਸਭਾ ਅਤੇ ਸਮਿਤੀ ਦੇ ਵਿੱਚ ਹਿੱਸਾ ਲੈ ਸਕਦੀਆਂ ਸੀਗੀਆਂ। ਅਤੇ ਇਸ ਏਜ ਦੇ ਵਿੱਚ ਆਉਂਦਿਆਂ ਜੋ ਵੂਮੈਨਸ ਦੀ ਪਾਵਰ ਹੈ ਉਹ ਡਿਕਰੀਜ਼ ਹੋ ਗਈ, ਅਤੇ ਉਹ ਸਭਾ ਅਤੇ ਸਮਿਤੀ ਦੇ ਵਿੱਚ ਵੀ ਹਿੱਸਾ ਨਹੀਂ ਲੈ ਸਕਦੀਆਂ ਸੀ ਇੱਥੇ ਇਸ ਏਜ ਦੇ ਵਿੱਚ ਆਉਂਦਿਆਂ ਦੇ। ਥਰਡ ਜੋ ਪੁਆਇੰਟ ਹੈ ਉਹ ਕੀ ਹੈ? ਕਾਮਨ ਚਾਈਲਡ ਮੈਰਿਜ। ਇਸ ਦੇ ਵਿੱਚ ਆਮ ਹੀ ਹੋ ਗਈ, ਬਾਲ ਵਿਆਹ ਆਮ ਹੀ ਹੋ ਗਿਆ ਇਸ ਵਿੱਚ। ਪਿਛਲੇ ਜੋ ਅਰਲੀ ਵੈਦਿਕ ਏਜ ਹੈ ਉਸ ਵਿੱਚ ਕੋਈ ਚਾਈਲਡ ਮੈਰਿਜ ਨਹੀਂ ਹੁੰਦੀ ਸੀਗੀ। ਇਕਨੋਮਿਕ ਲਾਈਫ ਕਿਸ ਤਰ੍ਹਾਂ ਦੀ ਸੀਗੀ? ਇਕਨੋਮਿਕ ਲਾਈਫ ਦੇ ਵਿੱਚ ਐਗਰੀਕਲਚਰ 'ਚ ਕੀ ਪ੍ਰੋਡਿਊਸ ਕੀਤਾ ਜਾਂਦਾ ਸੀਗਾ? ਵੀਟ, ਰਾਈਸ ਅਤੇ ਬਾਰਲੇ, ਠੀਕ ਹੈ, ਕਣਕ, ਚਾਵਲ ਅਤੇ ਜੂੰ, ਇਹਨਾਂ ਚੀਜ਼ਾਂ ਦੀ ਪ੍ਰੋਡਕਸ਼ਨ ਕੀਤੀ ਜਾਂਦੀ ਸੀਗੀ। ਉਸ ਤੋਂ ਬਾਅਦ ਜੋ ਕੰਮ ਹੋਰ ਕੀ ਕੀਤੇ ਜਾਂਦੇ? ਮੈਟਲ ਵਰਕਿੰਗ ਜਿਵੇਂ ਦੱਸ ਦਿੱਤਾ, ਲੈਦਰ ਵਰਕਿੰਗ, ਕਾਰਪੈਂਟਰੀ, ਤਰਖਾਣ, ਲੱਕੜ ਦਾ ਕੰਮ। ਮਰਚੈਂਟ ਹੁੰਦੇ ਸੀਗੇ ਜਿਨ੍ਹਾਂ ਨੂੰ ਵਣੀਆਂ ਕਹਿੰਦੇ ਸੀਗੇ। ਅੱਜ ਕੱਲ੍ਹ ਕੀ ਕਹੀਦਾ ਆਪਾਂ? ਬਣੀਆਂ ਜਾਂ ਬਾਣੀਆਂ ਪੰਜਾਬੀ 'ਚ ਕਹਿ ਦਿੰਦਾ। ਕੋਇਨਸ ਕਿਹੜੇ ਸੀਗੇ? ਗੋਲਡ ਕੋਇਨਸ ਚੱਲਦੇ ਸੀਗੇ। ਇਸ ਟਾਈਮ ਵੀ ਹਲੇ ਬਾਰਟਰ ਸਿਸਟਮ ਹੀ ਚੱਲ ਰਿਹਾ ਸੀਗਾ, ਪਰ ਗੋਲਡ ਕੋਇਨਸ ਵੀ ਅਤੇ ਸਿਲਵਰ ਕੋਇਨਸ ਵੀ ਹੁਣ ਅੱਗੇ ਨਾਲੋਂ ਜ਼ਿਆਦਾ ਵਰਤੇ ਵਿੱਚ ਆ ਗਏ ਸੀਗੇ। ਨਿਸ਼ਕਾ ਜੋ ਪਿੱਛੇ ਯੂਜ਼ ਹੋ ਰਹੇ ਸੀਗੇ, ਅਤੇ ਹੋਰ ਗੋਲਡ ਕੋਇਨਸ ਕਿਹੜੇ? ਸਤਮਾਨਾ। ਅਤੇ ਸਿਲਵਰ ਕੋਇਨਸ ਕਿਹੜੇ ਸੀਗੇ? ਕ੍ਰਿਸ਼ਨਾਲਾ, ਇਹ ਸਿਲਵਰ ਕੋਇਨ ਸੀਗੇ। ਇਸ ਸਮੇਂ ਜੋ ਆਇਰਨ ਦੀ ਹੈ, ਲੋਹੇ ਦੀ ਵਰਤੋਂ ਉਹ ਬਹੁਤ ਜ਼ਿਆਦਾ ਮਾਤਰਾ ਵਿੱਚ ਕੀਤੀ ਜਾਂਦੀ ਸੀਗੀ। ਜਿਵੇਂ ਐਗਰੀਕਲਚਰ ਦੇ ਵਿੱਚ ਹੋ ਗਿਆ, ਟਰੇਡ ਹੈ ਉਸ ਨੂੰ ਵਪਾਰ ਦੇ ਵਿੱਚ ਲਿਜਾਣ ਵਾਸਤੇ ਵੀ ਜੋ ਰੱਥ ਬਣਾਏ ਜਾਂਦੇ ਸੀ ਉਹਦੇ ਵਿੱਚ ਵੀ ਲੋਹੇ ਦੀ ਵਰਤੋਂ ਸ਼ੁਰੂ ਹੋ ਗਈ। ਇਸ ਵਿੱਚ ਲੋਹੇ ਦੀ ਵਰਤੋਂ ਕਾਫੀ ਜ਼ਿਆਦਾ ਹੋਣ ਲੱਗ ਪਈ ਸੀਗੀ, ਤਾਂ ਇਸ ਕਰਕੇ ਇਹਨੂੰ ਆਇਰਨ ਏਜ ਵੀ ਕਹਿ ਦਿੰਦੇ ਇਸ ਜੋ ਲੇਟਰ ਵੈਦਿਕ ਏਜ ਨੂੰ। ਅਰਲੀ ਨਹੀਂ, ਲੇਟਰ ਵੈਦਿਕ ਏਜ। ਇਸ ਤੋਂ ਅੱਗੇ ਜੋ ਰਿਲੀਜਨ ਹੈ ਉਹ ਕਿਹੜਾ ਸੀਗਾ? ਹੁਣ ਜੋ ਪੁਰਾਣੇ ਇੰਦਰ ਦੇਵਤਾ ਸੀਗੇ ਅਤੇ ਜੋ ਵਰੁਣ ਸੀਗੇ, ਇੰਦਰ ਅਤੇ ਅਗਨੀ, ਉਹ ਪ੍ਰੋਮੀਨੈਂਟ ਦੇਵਤਾ ਸੀਗੇ ਪਿਛਲੇ ਅਰਲੀ ਵੈਦਿਕ ਏਜ 'ਚ। ਇਸ ਸਮੇਂ ਉਹਨਾਂ ਦੇ ਥੋੜ੍ਹਾ ਜਿਹਾ ਉਹ ਘੱਟ ਗਏ। ਤਾਂ ਹੁਣ ਜਿਨ੍ਹਾਂ ਦੀ ਜੋ ਜ਼ਿਆਦਾ ਪੂਜਾ ਕੀਤੀ ਜਾਂਦੀ ਸੀਗੀ ਉਹ ਕਿਹੜੇ ਸੀਗੇ? ਪ੍ਰਜਾਪਤੀ, ਕ੍ਰੀਏਟਰ ਜੋ ਬਣਾਉਂਦਾ ਹੈ, ਜਿਵੇਂ ਮਨੁੱਖ ਨੂੰ ਬਣਾਉਂਦਾ ਜਾਂ ਜੋ ਕੁਦਰਤ ਨੂੰ ਬਣਾਉਂਦਾ ਹੈ,
दूसरा विष्णु जो रखिया करता प्रोटैक्टर, तीसरा रुद्रा जो डिस्ट्रॉयर जो विनाश करता है। तो इस करके जो प्रजा इन ब्रह्मा भी कहते, ब्रह्मा विष्णु महेश। तो इस समय जो बनाने वाले ने तो बनाता क्रिएटर, ब्रह्मा ਦੀ लोग इन्नी पूजा नहीं करते ਸੀਗੇ, विष्णु ਤੇ रुद्रा की पूजा ज़्यादा करते ਸੀਗੇ। क्यों? क्योंकि सुरक्षा जरूरी है, पैदा तो हो गया, सुरक्षा जरूरी है, तो विनाश तो बचना जरूरी है, इसलिए लोग विष्णु ते रुद्रा की ज़्यादा पूजा करते ਸੀਗੇ। ਤੇ ਪਿੱਛੇ जो करते ਸੀਗੇ इंद्र ते अग्नि की ज़्यादा पूजा करते ਸੀ। इस समय जो ਦੱਸਿਆ ਜਿਵੇਂ ਦੱਸਿਆ ਸੀਗਾ ਵੀ ਜੋ ਬਲੀਦਾਨ ਸੀਗੇ ਸੈਕਰੀਫਾਈਸ ਰਿਚੁਅਲ ਜੋ ਕਰਮਕਾਂਡ ਕਰਦੇ, ਜਿਵੇਂ ਕਰਮਕਾਂਡ ਦਾ ਮਤਲਬ ਜੋ ਹਵਨ ਕਰਨਾ, ਹਵਨ ਦੇ ਵਿੱਚ ਕਰਨ ਲੱਗਿਆ ਕਿੰਨੇ ਪੰਡਿਤ ਚਾਹੀਦੇ ਨੇ, ਪੰਡਿਤ ਤੇ ਜੋ ਪੰਡਿਤ ਨੇ ਉਹ ਕਿੰਨੀ ਉਚਾਈ ਤੋਂ ਉਸ ਦੇ ਵਿੱਚ ਕੀ ਪਾਣਗੇ, ਕਿੰਨੀਆਂ ਲੱਕੜਾਂ ਬਾਲੀਆਂ ਜਾਣਗੀਆਂ, ਇਸ ਤਰ੍ਹਾਂ ਦੇ ਜੋ ਸਾਰੇ ਸੀਗੇ ਨਾ ਸੈਕਰੀਫਾਈਸ ਦੇ ਰਿਚੁਅਲ ਸੀਗੇ ਉਹ ਬਹੁਤ ਹੀ ਜ਼ਿਆਦਾ ਵਿਸਤ੍ਰਿਤ ਹੋ ਗਏ ਸੀਗੇ, ਬਹੁਤ ਵਿਸਥਾਰ ਦੇ ਵਿੱਚ ਕੀਤੇ ਜਾਂਦੇ ਸੀਗੇ। ਤਾਂ ਇਸ ਤਰ੍ਹਾਂ ਜੋ ਇੰਨੀ ਕੰਪਲੈਕਸਿਟੀ ਪੈਦਾ ਹੋ ਗਈ, ਇਸ ਕਰਕੇ ਜੋ ਇਹ ਰਿਲੀਜਨ ਸੀਗਾ ਹੌਲੀ ਹੌਲੀ ਘਟਦਾ ਗਿਆ। ਤਾਂ ਇਸ ਰਿਲੀਜਨ ਤੋਂ ਬਾਅਦ ਦੋ ਨਵੇਂ ਰਿਲੀਜਨ ਜੋ ਮੇਨ ਆਏ ਸੀਗੇ ਉਹ ਕਿਹੜੇ ਕਿਹੜੇ ਸੀਗੇ, ਇੱਕ ਬੁੱਧਿਜ਼ਮ ਤੇ ਦੂਸਰਾ ਸੀਗਾ ਜੈਨਿਜ਼ਮ। ਇਹ ਦੋ ਧਰਮ ਸੀਗੇ ਜੋ ਇਸ ਤੋਂ ਬਾਅਦ ਜ਼ਿਆਦਾ ਮੰਨੇ ਜਾਂਦੇ ਸੀਗੇ। ਇਸ ਤੋਂ ਅੱਗੇ ਜੋ ਹੈਗਾ ਪ੍ਰਾਇਸ਼ਟੁੱਧ ਜੋ ਮਤਲਬ ਬ੍ਰਾਹਮਣ ਜੋ ਪੰਡਿਤ ਸੀਗੇ ਉਹਨਾਂ ਦਾ ਜੋ ਪ੍ਰੋਫੈਸ਼ਨ ਸੀਗਾ ਉਹ ਹੈਰੀਡਿਟਰੀ ਹੋ ਗਿਆ ਸੀਗਾ, ਵੰਸ਼ਿਕ ਹੋ ਗਿਆ ਸੀਗਾ, ਜੋ ਮਤਲਬ ਆਪਣੀ ਸੰਤਾਨ ਨੂੰ ਹੀ ਅੱਗੇ ਪੰਡਿਤ ਬਣਾਉਂਦੇ ਸੀਗੇ। ਕਿਉਂਕਿ ਇਸ ਵਿੱਚ ਉਹਨਾਂ ਦੀ ਪਾਵਰ ਇਸ ਸਮੇਂ ਪ੍ਰਾਇਸ਼ਟ ਦੀ ਆਪਦੇ ਆਪ ਨੂੰ ਜੋ ਜ਼ਿਆਦਾ ਵੱਧ ਗਈ ਸੀਗੀ, ਉਹਨਾਂ ਦੀ ਜੋ ਪਾਵਰ ਸੀਗੀ ਇਸ ਸਮੇਂ, ਇਸ ਕਰਕੇ ਉਹ ਆਪਦੇ ਵੰਸ਼ ਨੂੰ ਹੀ ਅੱਗੇ ਪ੍ਰਾਇਸ਼ਟ ਬਣਾਉਂਦੇ ਸੀਗੇ। ਇਸ ਲਈ ਇਸ ਸਮੇਂ ਜੋ ਪੋਟਰੀ ਸੀਗੀ, ਘੜੇ ਸੀਗੇ, ਉਹ ਕਿਸ ਤਰ੍ਹਾਂ ਦੇ ਜੋ ਵਰਤੇ ਜਾਂਦੇ ਸੀਗੇ, ਕਿਹੜੇ ਕਿਹੜੇ ਸੀਗੇ, ਬਲੈਕ ਰੈੱਡ ਵੇਅਰ ਜੋ ਆਪਾਂ ਇੰਡਸ ਵੇਲੇ ਗੱਲ ਕੀਤੀ ਸੀਗੀ ਇਹ ਮੇਨ ਸੀਗੇ ਵਰਤਿਆ ਜਾਂਦਾ। ਪੇਂਟਡ ਗ੍ਰੇ ਵੇ ਇਸ ਏਜ 'ਚ ਵੀ ਇਹ ਸੀਗਾ ਬਲੈਕ ਰੈੱਡ ਵੇਅਰ, ਪੇਂਟਡ ਗ੍ਰੇ ਵੇਅਰ ਤੇ ਰੈੱਡ ਵੇਅਰ, ਇਹ ਤਿੰਨ ਜੋ ਸੀਗੇ ਇਹ ਮੇਨ ਵਰਤੇ ਜਾਂਦੇ ਸੀਗੇ। ਜੋ ਸਭ ਤੋਂ ਜ਼ਿਆਦਾ ਵਰਤਿਆ ਜਾਂਦਾ ਸੀਗਾ ਉਹ ਕੀ ਸੀਗਾ, ਮੋਸਟ ਪੋਪੂਲਰ ਰੈੱਡ ਵੇਅਰ। ਰੈੱਡ ਵੇਅਰ ਸਭ ਤੋਂ ਜ਼ਿਆਦਾ ਵਰਤਿਆ ਜਾਂਦਾ ਸੀਗਾ। ਤੇ ਸਭ ਤੋਂ ਜੋ ਖਾਸ ਸੀਗਾ ਜਾਂ ਸਭ ਤੋਂ ਅਲੱਗ ਕਹਿ ਲਓ ਡਿਸਟਿੰਕਟਿਵ ਪੋਟਰੀ, ਸਭ ਤੋਂ ਅਲੱਗ ਕਿਹੜੀ ਸੀਗੀ, ਪੇਂਟਡ ਗ੍ਰੇ ਵੇਅਰ। ਇਹਦੇ ਵਿੱਚ ਜੋ ਇਹਨੂੰ PGW ਵੀ ਕਹਿ ਦਿੰਦੇ ਨੇ, ਪੇਂਟਡ ਗ੍ਰੇ ਵੇਅਰ। ਇਸ ਵਿੱਚ ਜੋ ਪੂਜਾ ਵਗੈਰਾ ਦਾ ਸਮਾਨ, ਪੂਜਾ ਆਦਿ ਦਾ ਸਮਾਨ ਰੱਖਿਆ ਜਾਂਦਾ ਸੀ, ਜੋ ਹਵਨ ਕਰਦੇ ਸੀਗੇ ਉਸ ਵਿੱਚ ਉਸ ਦਾ ਸਮਾਨ ਜੋ ਇਸ ਪੇਂਟਡ ਗ੍ਰੇ ਵੇਅਰ 'ਚ ਰੱਖਿਆ ਜਾਂਦਾ ਸੀਗਾ। ਜਾਂ ਪ੍ਰਾਇਸਟ ਜੋ ਪੰਡਿਤ ਨੇ ਬ੍ਰਾਹਮਣ ਨੇ ਉਹਨਾਂ ਨੂੰ ਭੋਜਨ ਛਕਾਉਣਾ ਹੈ ਤਾਂ ਭੋਜਨ ਛਕਾਉਣ ਲਈ ਜੋ ਬਰਤਨਾਂ ਦੀ ਵਰਤੋਂ ਕੀਤੀ ਜਾਂਦੀ ਸੀਗੀ ਉਹ ਵੀ ਪੇਂਟਡ ਗ੍ਰੇ ਵੇਅਰ ਸੀ। ਅਤੇ ਜੇ ਪੇਪਰ 'ਚ ਆਉਂਦਾ ਕੁਐਸਚਨ ਪੁੱਛਿਆ ਜਾਵੇ ਵੀ ਸਭ ਤੋਂ ਖਾਸ ਜਾਂ ਸਭ ਤੋਂ ਅਲੱਗ ਜੋ ਪੋਟਰੀ ਇਸ ਏਜ ਦੇ ਲੇਟਰ ਵੈਦਿਕ ਏਜ 'ਚ ਜੋ ਵਰਤੀ ਜਾਂਦੀ ਸੀ ਉਹ ਕਿਹੜੀ ਸੀਗੀ, ਪੇਂਟਡ ਗ੍ਰੇ ਵੇਅਰ। ਅਤੇ ਜੇ ਸਭ ਤੋਂ ਪੁੱਛਿਆ ਜਾਵੇ ਆਮ ਜੋ ਵੀ ਬਹੁਤ ਜ਼ਿਆਦਾ ਪ੍ਰਚਲਿਤ ਸੀਗੀ ਉਹ ਕਿਹੜੀ ਸੀਗੀ, ਰੈੱਡ ਵੇਅਰ। ਇਹ ਦੋ ਜਿਹੜੀਆਂ ਸੀਗੀਆਂ ਪੋਟਰੀ, ਇਹਨਾਂ ਦਾ ਖਾਸ ਧਿਆਨ ਰੱਖਿਆ ਜੇ। ਇਸ ਜੋ ਲੇਟਰ ਵੈਦਿਕ ਏਜ 'ਚ ਸੀ, ਪਹਿਲਾਂ ਤਾਂ ਆਪਾਂ ਅਰਲੀ ਵੈਦਿਕ ਏਜ 'ਚ ਦੇਖਿਆ ਵੀ ਜੋ ਆਰੀਅਨ ਲੋਕ ਸੀ ਉਹ ਕਿੱਥੇ ਆ ਕੇ ਵਸੇ ਸੀਗੇ, ਉਹ ਸਪਤ ਸਿੰਧੂ ਰੀਜਨ 'ਚ। ਉਸ ਤੋਂ ਬਾਅਦ ਲੇਟਰ ਵੈਦਿਕ ਏਜ 'ਚ ਇਹ ਕਿੱਥੇ ਆ ਕੇ ਸੈਟਲ ਹੋ ਗਏ, ਇਹ ਹੋ ਗਿਆ ਗੰਗੈਟਿਕ ਪਲੇਨ। ਗੰਗੈਟਿਕ ਪਲੇਨ ਗੰਗੈਟਿਕ ਪਲੇਨ ਕਿਹੜੇ ਨੇ, ਗੰਗਾ ਦੇ ਮੈਦਾਨ। ਇਸ ਵਿੱਚ ਕਿਹੜੇ ਕਿਹੜੇ ਰੀਜਨ ਆ ਜਾਂਦੇ ਨੇ ਅੱਜ ਕੱਲ੍ਹ ਦੇ ਗੰਗੈਟਿਕ ਪਲੇਨ 'ਚ, ਉੱਤਰ ਪ੍ਰਦੇਸ਼, ਬਿਹਾਰ ਅਤੇ ਕੁਝ ਝਾਰਖੰਡ, ਇਹਨਾਂ ਨੂੰ ਗੰਗੈਟਿਕ ਪਲੇਨ ਕਹਿੰਦੇ। ਜੋ ਲੇਟਰ ਵੈਦਿਕ ਏਜ 'ਚ ਇੱਥੇ ਆ ਕੇ ਇਹ ਸੈਟਲ ਹੋ ਗਏ ਸੀ, ਉੱਥੇ ਹੀ ਐਗਰੀਕਲਚਰ ਕਰਨ ਲੱਗ ਪਏ ਸੀਗੇ। ਇਸ ਤੋਂ ਬਾਅਦ ਅੱਗੇ ਨਹੀਂ ਗਿਆ, ਇਹ ਇੱਥੇ ਹੀ ਸੈਟਲ ਰਿਹਾ। ਤਾਂ ਇਸ ਤੋਂ ਅੱਗੇ ਜੋ ਤੁਹਾਨੂੰ ਦੱਸਿਆ ਸੀਗਾ ਵੀ ਕਿੰਗਡਮ ਜਿਹੜੀਆਂ ਸੀਗੀਆਂ ਉਹਨਾਂ ਦਾ ਵਿਕਾਸ ਹੋ ਚੁੱਕਿਆ ਸੀਗਾ ਮਹਾਜਨਪਦਾ। ਤਾਂ ਇਸ ਤੋਂ ਅੱਗੇ ਜੋ 600 ਤੋਂ 300 BC ਤੱਕ ਮਹਾਜਨਪਦਾ ਬਹੁਤ ਪ੍ਰਚਲਿਤ ਸੀਗੀਆਂ। ਜੋ ਕੁਝ 16 ਮਹਾਜਨਪਦ ਸੀਗੇ ਜਿਹੜੇ ਵੱਖ-ਵੱਖ ਸੀਗੇ, ਜੋ ਮਸ਼ਹੂਰ ਸੀਗੇ, ਕਾਫੀ ਫੇਮਸ ਸੀਗੇ। ਇਹਨਾਂ 16 ਮਹਾਜਨਪਦਾਂ ਬਾਰੇ ਆਪਾਂ ਕੁਝ ਚਰਚਾ ਅਗਲੇ ਲੈਕਚਰ 'ਚ ਕਰਾਂਗੇ। ਤਾਂ
ਇਸ ਸਮੇਂ ਇਸ ਦੇ ਮਹਾਜਨਪਦਾਂ ਦੇ ਨਾਲ ਵੀ ਉਹਨਾਂ ਤੋਂ ਅੱਗੇ 2 ਨਵੇਂ ਧਰਮਾਂ ਦਾ ਵਿਕਾਸ ਹੋਇਆ। ਕਿਹੜੇ? ਇੱਕ ਤਾਂ ਬੁੱਧਿਜ਼ਮ, ਦੂਸਰਾ ਜੈਨਿਜ਼ਮ। ਇਹਨਾਂ ਧਰਮਾਂ ਬਾਰੇ ਵੀ ਆਪਾਂ ਪੜਾਂਗੇ। ਤਾਂ ਜੋ ਅਗਲੇ ਲੈਕਚਰ 'ਚ ਆਪਾਂ ਗੱਲ ਕਰਾਂਗੇ ਮਹਾਜਨਪਦਾਂ ਬਾਰੇ ਕਰਾਂਗੇ, ਤਾਂ ਉਸ ਤੋਂ ਅਗਲੇ ਲੈਕਚਰ 'ਚ ਜੋ ਗੱਲ ਕਰਾਂਗੇ ਬੁੱਧਿਜ਼ਮ ਤੇ ਜੈਨਿਜ਼ਮ ਦੀ ਗੱਲ ਕਰਾਂਗੇ। ਤੇ ਇਸ ਲੈਕਚਰ ਨੂੰ ਪਲੀਜ਼ ਸ਼ੇਅਰ ਕਰ ਦਿਓ ਵੱਧ ਤੋਂ ਵੱਧ, ਆਪਦੇ ਦੋਸਤਾਂ ਮਿੱਤਰਾਂ ਰਿਸ਼ਤੇਦਾਰ ਜਿੰਨਾ ਵੀ ਜ਼ਰੂਰਤ ਹੈ ਉਹ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਸ ਲੈਕਚਰ ਨੂੰ। ਤਾਂ ਦੂਸਰਾ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਆਪਦੇ ਫੋਨ ਤੋਂ ਵੀ ਕਰ ਦਿਓ, ਜੋ ਘਰ ਦੇ ਵਿੱਚ ਫੋਨ ਹੈ ਉਹਨਾਂ ਤੋਂ ਵੀ ਕਰ ਦਿਓ, ਅਤੇ ਕੁਝ ਹੋਰ ਦੋ ਸਾਰੇ ਜਣੇ ਦੋ ਸਬਸਕ੍ਰਾਈਬਰ ਕਰਾਓ ਜੀ। ਧੰਨਵਾਦ ਜੀ।